ग्रंथ साहिब पातशाह जी की पावन बाणी दियाँ लड़ीवार विचारां रोज़ाना आप संगतां गुरु दरबार अंदर जुड़ करके और अपने अपने घरां विच बैठ करके इस पावन स्थान तो सरवण करदियां हो। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕੋ ਬੁੱਧ ਡੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠਿਆ ਨਾਲ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ गुरु नानक साहिब जी और धन गुरु रामदास पातशाह जी के मुखारबिन तो उच्चारण किए हुए श्लोक और पौड़ी के रूप विच श्री राग की वार महला चौथा दे सरलेख हेठ गुरु ग्रंथ साहिब पातशाह जी के पावन अंग 91 के उपर ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਜੋ ਪੌੜੀ ਰੂਪ ਦੇ ਅੰਦਰ ਕੇਂਦਰੀ ਭਾਵ ਸਾਨੂੰ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਜੀ ਅੱਗੇ ਅਰਦਾਸ ਤੇ ਅਰਜ਼ੋਈ ਦਾ ਜੋ ਕਰਮ ਹੈ, ਉਸ ਨੂੰ ਕਰਨ ਵਾਸਤੇ ਸਤਿਗੁਰੂ ਜੀ ਅੱਜ ਪ੍ਰੇਰਿਤ ਕਰ ਰਹੇ ਵੀ ਕਿਸੇ ਵੀ ਤਰ੍ਹਾਂ ਦਾ ਕਰਮ ਕਾਰਜ ਅਸੀਂ ਕਰਨ ਵਾਸਤੇ ਲੋੜੀਏ ਤੇ ਅਸੀਂ ਸਭ ਤੋਂ ਪਹਿਲਾਂ ਉਸ ਪ੍ਰਭੂ ਅੱਗੇ, ਪਰਮਾਤਮਾ ਦੇ ਅੱਗੇ ਅਰਜ਼ੋਈ ਕਰਕੇ ਚੱਲਣਾ ਹੈ।
ਚਾਹੇ ਉਹ ਸਾਡੇ ਸੰਸਾਰਕ ਕਾਰਜ ਹੋਣ ਤੇ ਫਿਰ ਭਾਵੇਂ ਉਹ ਸਾਡੇ ਅਧਿਆਤਮ ਦਾ ਕਾਰਜ ਕਿਉਂ ਨਾ ਹੋਵੇ। ਜੇ ਅਧਿਆਤਮ ਦਾ ਕਾਰਜ ਹੈ ਤਾਂ ਵੀ ਪਰਮੇਸ਼ਵਰ ਅੱਗੇ ਅਰਜ਼ੋਈ, ਔਰ ਜੇ ਸੰਸਾਰਕ ਕਾਰਜ ਹੈ ਤੇ ਤਾਂ ਵੀ ਅਕਾਲ ਪੁਰਖ ਜੀ ਅੱਗੇ ਅਰਦਾਸ ਬੇਨਤੀ। ਇਸ ਤਰੀਕੇ ਪੌੜੀ ਰੂਪ ਵਿੱਚ ਸਤਿਗੁਰੂ ਜੀ ਕੇਂਦਰੀ ਭਾਵ ਜੋ ਸਾਨੂੰ ਬਖਸ਼ ਰਹੇ। ਸਭ ਤੋਂ ਪਹਿਲਾਂ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਸ਼ਲੋਕ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਇਹ ਸ਼ਲੋਕ ਜਿਹੜਾ ਇਤਿਹਾਸਕ ਸ਼ਲੋਕ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਹਰਿਦੁਆਰ ਦੀ ਧਰਤੀ ਉੱਤੇ ਵਿਚਰ ਰਹੇ ਨੇ, ਇੱਕ ਗੱਲ ਖਿਆਲ ਵਿੱਚ ਰੱਖੀਏ, ਗੁਰੂ ਨਾਨਕ ਸਾਹਿਬ ਜੀ ਦਾ ਸੁਲਤਾਨਪੁਰ ਦੀ ਧਰਤੀ ਤੋਂ ਚੱਲਣਾ ਜਾਂ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਦੀ ਧਰਤੀ ਤੋਂ ਚੱਲਣਾ, ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ, ਜਿਹਨੂੰ ਅਕਸਰ ਆਪਾਂ ਵਿਚਾਰਦਿਆਂ ਹੋਇਆਂ ਜਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਪੜ੍ਹਦੇ ਹਾਂ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੋਟਿਵ ਸੀ ਉਹ ਸੀ ਚੜ੍ਹਿਆ ਸੋਧਣ ਧਰਤ ਲੁਕਾਈ। ਇਸ ਕਾਰਨ ਕਰਕੇ ਸਤਿਗੁਰੂ ਪਾਤਸ਼ਾਹ ਪ੍ਰਚਾਰਕ ਫੇਰੀਆਂ ਤੇ ਚੱਲੇ ਨੇ ਵੀ ਧਰਤੀ ਤੇ ਲੁਕਾਈ ਤੇ ਲੋਕਾਂ ਨੂੰ ਸੋਧਣ ਦੇ ਵਾਸਤੇ, ਭਟਕੇ ਹੋਏ ਲੋਕਾਂ ਨੂੰ ਸਿੱਧੇ ਮਾਰਗ ਤੇ ਪਾਉਣ ਵਾਸਤੇ, ਸਿੱਧੇ ਰਾਹ ਤੇ ਚਲਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਚਾਰਕ ਫੇਰੀਆਂ ਕੀਤੀਆਂ। ਹੁਣ ਇਹਨਾਂ ਪ੍ਰਚਾਰਕ ਫੇਰੀਆਂ ਦੇ ਵਿੱਚ ਸਤਿਗੁਰੂ ਜੀ ਦਾ ਬਹੁਤਾਤ ਜਿਹੜੀ ਵਿਚਾਰ ਚਰਚਾ ਹੈ ਉਹ ਆਮ ਲੋਕਾਂ ਨਾਲ ਨਹੀਂ, ਕਿਉਂਕਿ ਆਮ ਲੋਕਾਂ ਨੂੰ ਧਰਮ ਦੇ ਬਾਰੇ ਸਮਝਾਉਣਾ ਬਹੁਤ ਕਠਿਨ ਹੈ। ਪਹਿਲੋਂ ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ ਨੂੰ ਸੋਝੀ ਦਿੱਤੀ, ਉਹਨਾਂ ਲੋਕਾਂ ਨੂੰ ਗਿਆਨ ਦਿੱਤਾ ਜਿਹੜੇ ਲੋਕ ਅਕਸਰ ਆਪਣੇ ਆਪ ਨੂੰ ਧਰਮੀ ਕਹਿੰਦੇ ਨੇ, ਕਿਉਂਕਿ ਧਰਮੀ ਅਖਵਾਉਣ ਵਾਲੇ ਲੋਕ ਜਾਂ ਧਰਮ ਦਾ ਲਿਬਾਸ ਪਾ ਕੇ ਵਿਚਰਨ ਵਾਲੇ ਲੋਕ, ਜਦੋਂ ਉਹਨਾਂ ਨੂੰ ਸਤਿਗੁਰੂ ਜੀ ਨੇ ਧਰਮ ਦੇ ਬਾਰੇ ਵਿੱਚ ਸਮਝਾਇਆ ਤੇ ਫਿਰ ਉਹਨਾਂ ਦੀ ਪਹੁੰਚ ਆਮ ਲੋਕਾਂ ਤੱਕ ਕੀਤੀ। ਜਦੋਂ ਆਪਾਂ ਸੰਸਾਰਕ ਤੌਰ ਤੇ ਵੇਖਾਂਗੇ ਨਾ, ਗੁਰੂ ਨਾਨਕ ਪਾਤਸ਼ਾਹ ਜੀ 70 ਸਾਲ ਸਰੀਰਕ ਉਮਰ ਬਤੀਤ ਕਰਦੇ। ਹੁਣ ਜਿਸ ਹਿਸਾਬ ਨਾਲ ਆਪਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਚਾਰਕ ਫੇਰੀਆਂ ਪੜ੍ਹਦੇ ਹਾਂ ਜਾਂ ਗੁਰੂ ਨਾਨਕ ਸਾਹਿਬ ਜੀ ਕੇ ਇਤਿਹਾਸ ਨੂੰ ਪੜ੍ਹਦੇ ਹਾਂ, ਉਹ ਬੜਾ ਲੰਮੇਰਾ ਹੈ। ਦੁਨੀਆ ਦੇ ਚਾਰੇ ਕੋਨਿਆਂ ਦੇ ਉੱਤੇ ਪ੍ਰਚਾਰਕ ਫੇਰੀਆਂ ਕਰਨੀਆਂ, ਹਰ ਇੱਕ ਅਸਥਾਨ ਦੇ ਉੱਤੇ ਜਾ ਕੇ ਆਪਣੇ ਪਾਵਨ ਚਰਨ ਜਿਹੜੇ ਉਹ ਪਾਉਣੇ। ਜੇ ਤੇ ਸਤਿਗੁਰੂ ਪਾਤਸ਼ਾਹ ਜੀ ਆਮ ਲੋਕਾਂ ਨੂੰ ਸਮਝਾਉਣ ਤੇ ਮਾਲਕ ਪਾਤਸ਼ਾਹ ਜੀ ਉਪਦੇਸ਼ ਦਿੰਦੇ ਤੇ ਖਿਆਲ ਕਰੀਏ, ਹੋ ਸਕਦਾ ਹੈ, ਖਿਮਾ ਕਰਿਓ ਮੈਂ ਲਫ਼ਜ਼ ਵਰਤਣ ਲੱਗਿਆ, ਵੀ ਜਿੰਨਾ ਪੈਂਡਾ ਸਤਿਗੁਰੂ ਜੀ ਨੇ ਤੈਅ ਕੀਤਾ ਸ਼ਾਇਦ ਇੰਨਾ ਨਾ ਤੈਅ ਕਰ ਪਾਉਂਦੇ ਜੇ ਆਮ ਲੋਕਾਂ ਨੂੰ, ਕਿਉਂਕਿ ਉਹ ਇਨਸਾਨ ਜਿਹੜਾ ਧਰਮ ਤੋਂ ਬਹੁਤ ਦੂਰ ਬੈਠਾ ਹੈ, ਉਹਨੂੰ ਪਹਿਲੋਂ ਧਰਮ ਦੇ ਬਾਰੇ ਵਿੱਚ ਸੋਝੀ ਦੇਣੀ, ਧਰਮ ਦੇ ਬਾਰੇ ਵਿੱਚ ਗਿਆਨ ਦੇਣਾ, ਧਰਮ ਦੇ ਬਾਰੇ ਵਿੱਚ ਸੋਝੀ ਤੇ ਗਿਆਨ ਦੇਣ ਤੋਂ ਬਾਅਦ ਵਿੱਚ ਫਿਰ ਧਰਮ ਕਮਾਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਨਾ। ਹੁਣ ਬਹੁਤਾਤ ਜਦੋਂ ਆਪਾਂ ਸਾਹਿਬ ਦਾ ਜੀਵਨ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ, ਮਾਲਕ ਜੀ ਦਾ ਇਸਲਾਮ ਵੀਰਾਂ ਦੇ, ਇਸਲਾਮ ਧਰਮ ਨਾਲ ਸੰਬੰਧ ਰੱਖਣ ਵਾਲੇ ਵੀਰਾਂ ਨਾਲ ਜਦੋਂ ਮਿਲਾਪ ਹੁੰਦਾ ਹੈ,
ਉਹਦੇ ਵਿੱਚ ਬਹੁਤਾਤ ਕਿਹੜੇ ਲੋਕ ਨੇ? ਮੌਲਵੀ ਤੇ ਕਾਜੀ ਹਾਂ ਤੇ ਜੋਗੀਆਂ ਨਾਲ ਇਹ ਵੀ ਧਰਮੀ ਨੇ। ਜਿੰਨੇ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਾਪ ਹੁੰਦਾ ਹੈ ਨਾ, ਬਹੁਤਾਤ ਉਹਨਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਤੇ ਧਰਮੀ ਮੰਨਦੇ ਨੇ ਵੀ ਸਾਡੇ ਕੋਲ ਧਰਮ ਹੈ। ਮਾਲਕ ਪਾਤਸ਼ਾਹ ਜੀ ਨੇ ਉਹਨਾਂ ਭਟਕੇ ਹੋਏ ਭੁੱਲਿਆਂ ਹੋਇਆਂ ਨੂੰ, ਜਿਹਦੇ ਵਿੱਚ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ ਵੀ ਜ਼ਿਕਰ ਕਰਦਿਆਂ ਇਸ ਗੱਲ ਦਾ ਹੀ ਪ੍ਰੋੜਤਾ ਕੀਤੀ ਵੀ ਅਸੀਂ ਸਮਾਜ ਦੇ ਉੱਤੇ ਜਿਹੜਾ ਸੱਚ ਦਾ ਚੰਦਰਮਾ ਛਿਪ ਚੁੱਕਾ ਹੈ, ਕੂੜ ਦੀ ਅਮਾਵਸ ਝੂਠੀ ਰਾਤ ਪਸਰ ਚੁੱਕੀ ਹੈ, ਉਸ ਰਾਤ ਦੇ ਅੰਦਰ ਸੱਚ ਦੇ ਚੰਦਰਮਾ ਨੂੰ ਲੱਭਣ ਵਾਸਤੇ ਅਸੀਂ ਚੱਲੇ ਹਾਂ। ਔਰ ਉਹ ਸੱਚ ਦਾ ਚੰਦਰਮਾ ਲੱਭ ਕੇ ਸਮਾਜ ਦੇ ਅੰਦਰ ਜਿਹੜੀ ਅਗਿਆਨਤਾ ਦੀ ਅਮਾਵਸ ਪਸਰੀ ਹੋਈ ਹੈ, ਝੂਠ ਦੀ ਅਮਾਵਸਿਆ, ਝੂਠ ਦੀ ਹਨੇਰੀ ਰਾਤ ਪਸਰੀ ਹੋਈ ਹੈ, ਉਸ ਹਨੇਰੀ ਰਾਤ ਨੂੰ ਗਿਆਨ ਦੇ ਚੰਦਰਮਾ, ਧਰਮ ਦੇ ਚੰਦਰਮਾ ਦੇ ਨਾਲ ਖਤਮ ਕਰਨ ਵਾਸਤੇ ਅਸੀਂ ਚੱਲੇ ਹਾਂ। ਜਿਹਨੂੰ ਆਪਾਂ ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਨਾ, ਵੀ ਸਮਾਜ ਦਾ ਹਾਲਾਤ ਐਸੇ ਬਣ ਚੁੱਕੇ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਾਂ ਚੜਿਆ, ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਹਨੇਰਾ ਹੀ ਇੰਨਾ ਕੁ ਪਸਰ ਚੁੱਕਾ ਸੀ ਧਰਮ ਦੇ ਨਾਮ ਉੱਤੇ ਵੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਸੱਚ ਦੇ ਚੰਦਰਮਾ ਨੂੰ ਚੜਾਉਣ ਵਾਸਤੇ ਕਹਿ ਲਓ ਜਾਂ ਸੱਚ ਦੇ ਚੰਦਰਮਾ ਨੂੰ ਲੱਭਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਗੁਰਮੁਖਾਂ ਨਾਲ ਮਿਲਾਪ ਕਰਨ ਵਾਸਤੇ, ਗੁਰਮੁਖਾਂ ਨੂੰ ਖੋਜਣ ਦੇ ਵਾਸਤੇ ਸਤਿਗੁਰੂ ਜੀ ਪ੍ਰਚਾਰਕ ਫੇਰੀਆਂ ਤੇ ਚੱਲਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਹਰਿਦੁਆਰ ਦੀ ਧਰਤੀ ਤੇ ਪਹੁੰਚਦੇ ਨੇ, ਉੱਥੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਮਿਲਾਪ ਹੋਇਆ। ਔਰ ਇੱਕ ਗੱਲ ਚੇਤਾ ਰੱਖੀਏ, ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਵੀ ਤਰ੍ਹਾਂ ਦੇ ਸਾਨੂੰ ਭਰਮ ਤੇ ਭੁਲੇਖੇ ਵਿੱਚ ਨਹੀਂ ਪਾਇਆ, ਕਿਸੇ ਵੀ ਤਰ੍ਹਾਂ ਦੇ। ਸਗੋਂ ਪਏ ਹੋਏ ਭਰਮ ਔਰ ਭੁਲੇਖੇ ਜਿਹੜੇ ਨਾ ਮਾਲਕ ਪਾਤਸ਼ਾਹ ਨੇ ਉਹਨਾਂ ਨੂੰ ਨਿਵਰਤ ਕੀਤਾ, ਉਹਨਾਂ ਨੂੰ ਖਤਮ ਕੀਤਾ। ਜਿਵੇਂ ਅੱਜ ਦਾ ਇਹ ਪਾਵਨ ਸ਼ਲੋਕ ਹੈ, ਇਹ ਸ਼ਲੋਕ ਨੂੰ ਸਤਿਗੁਰੂ ਪਾਤਸ਼ਾਹ ਹਰਿਦੁਆਰ ਦੀ ਧਰਤੀ ਤੇ ਉਚਾਰਦੇ ਨੇ। ਉਸ ਵਕਤ ਜਦੋਂ ਮਾਲਕ ਪਾਤਸ਼ਾਹ ਜੀ ਦੀ ਵਿਚਾਰ ਚਰਚਾ ਵੈਸ਼ਨੋ ਸਾਧ ਨਾਲ ਹੁੰਦੀ ਹੈ। ਹੁਣ ਇਹ ਸਾਧ ਜਿਹੜਾ ਹੈ, ਇਹ ਹੈ ਤੇ ਧਰਮੀ, ਇਹਦਾ ਲਿਬਾਸ ਵੀ ਧਰਮ ਵਾਲਾ, ਇਹਦਾ ਪਹਿਰਾਵਾ, ਇਹਦਾ ਬਾਣਾ ਵੀ ਧਰਮ ਵਾਲਾ। ਔਰ ਜਿਹੜੇ ਇਹ ਕਰਮ ਕਰਦਾ ਕਿ ਦੁਨੀਆ ਉਹਨੂੰ ਧਰਮ ਕਹਿੰਦੀ ਹੈ, ਪਰ ਗੁਰੂ ਨਾਨਕ ਸਾਹਿਬ ਉਹਨੂੰ ਧਰਮ ਨਹੀਂ, ਗੁਰੂ ਨਾਨਕ ਪਾਤਸ਼ਾਹ ਉਹਨੂੰ ਭਰਮ ਕਹਿ ਰਹੇ ਨੇ ਵੀ ਤੇਰਾ ਲਿਬਾਸ ਧਰਮ ਵਾਲਾ, ਤੈਨੂੰ ਮੁਬਾਰਕ ਹੈ। ਤੇਰਾ ਪਹਿਰਾਵਾ, ਤੇਰਾ ਬਾਣਾ ਧਰਮ ਵਾਲਾ ਹੈ, ਜਾਂ ਤੂੰ ਧਰਮੀ ਹੈ, ਤੈਨੂੰ ਮੁਬਾਰਕ ਹੈ। ਪਰ ਸੱਜਣਾ, ਜਿਹੜੇ ਤੇਰੇ ਕਰਮ ਨੇ ਨਾ, ਇਹ ਕਰਮ ਧਰਮ ਵਾਲੇ ਨਹੀਂ। ਇਹ ਕਰਮਾਂ ਦੇ ਰਾਹੀਂ ਤੂੰ ਭਰਮ ਕਮਾ ਕੇ ਤੇ ਦੁਨੀਆ ਨੂੰ ਭਰਮਾ ਰਿਹਾ ਹੈ, ਲੋਕਾਂ ਨੂੰ ਭੁਲੇਖੇ ਵਿੱਚ ਪਾ ਰਿਹਾ ਹੈ। ਹੁਣ ਉਹ ਕਰਦਾ ਕੀ ਹੈ? ਰੋਜ਼ ਨਿਤਾ ਪ੍ਰਤੀ ਦਾ ਉਹਦਾ ਨੇਮ ਹੈ ਕਿ ਉਹਨੇ ਆਪਣੇ ਮਨ ਅੰਦਰ ਸਭ ਤੋਂ ਵੱਡਾ ਤੇ ਜਿਹੜਾ ਭਰਮ ਪਾਲਿਆ ਹੋਇਆ ਉਹ ਇਹ ਹੈ ਕਿ ਮੇਰਾ ਜਨਮ ਉੱਚ ਜਾਤੀ ਵਰਗ ਵਿੱਚ ਹੋਇਆ ਹੈ, ਮੈਂ ਉੱਚੀ ਜਾਤੀ ਦਾ ਮਾਲਕ ਹਾਂ। ਸਭ ਤੋਂ ਵੱਡਾ ਭਰਮ, ਮੈਂ ਉੱਚੀ ਜਾਤੀ ਦਾ ਮਾਲਕ ਹਾਂ। ਦੂਜਾ, ਮੈਂ ਧਰਮੀ ਹਾਂ, ਮੇਰੇ ਕੋਲ ਧਰਮ ਹੈ। ਜਿਸ ਕਰਕੇ ਇਹ ਰੋਜ਼ ਦਾ ਨੇਮ ਹੈ ਵੀ ਆਪਣਾ ਜਦੋਂ ਵੀ ਇਹਨੇ ਭੋਜਨ ਬਣਾਉਣਾ ਹੈ, ਭੋਜਨ ਬਣਾਉਣ ਤੋਂ ਪਹਿਲਾਂ ਇਹ ਆਪਣਾ ਚੁੱਲ੍ਹਾ ਚੌਂਕਾ ਚੰਗੀ ਤਰ੍ਹਾਂ ਲੇਪ ਕਰਕੇ ਤੇ ਸਾਫ਼ ਕਰਦਾ। ਰੋਜ਼ ਚੁੱਲ੍ਹੇ ਚੌਂਕੇ ਨੂੰ ਲੇਪਣ ਤੋਂ ਬਾਅਦ ਵਿੱਚ, ਲਿੰਬਣ ਤੋਂ ਬਾਅਦ ਵਿੱਚ, ਫਿਰ ਇਹਨੇ ਜਿਹੜੀਆਂ ਲੱਕੜਾਂ ਚੁੱਲ੍ਹੇ ਵਿੱਚ ਬਾਲਣੀਆਂ ਨੇ, ਉਹਨਾਂ ਲੱਕੜਾਂ ਨੂੰ ਧੋਂਦਾ ਹੈ। ਧੋਣ ਤੋਂ ਬਾਅਦ ਵਿੱਚ ਅੱਗ ਬਾਲਣ ਤੋਂ ਪਹਿਲਾਂ ਚੁੱਲ੍ਹੇ ਤੇ ਚੌਂਕੇ ਨੂੰ ਜਦੋਂ ਲਿੰਬ ਲਿਆ ਨਾ, ਲਿੰਬਣ ਤੋਂ ਬਾਅਦ ਵਿੱਚ ਇੱਕ ਸੋਟੀ ਕਹਿ ਲਓ
ਜਾਂ ਕੋਈ ਵਸਤੂ ਕਹਿ ਲਓ ਲੈ ਕੇ ਆਪਣੇ ਚੁੱਲ੍ਹੇ ਦੇ ਦੁਆਲੇ ਦੁਆਲੇ, ਚੌਂਕੇ ਦੇ ਦੁਆਲੇ ਦੁਆਲੇ ਇੱਕ ਲਕੀਰ ਖਿੱਚਦਾ ਹੈ। ਔਰ ਉਹ ਖਿੱਚਦਾ ਲਕੀਰ ਇਸ ਕਰਕੇ ਹੈ ਵੀ ਹੁਣ ਇਸ ਲਕੀਰ ਦੇ ਅੰਦਰ ਕੋਈ ਦੂਜਾ ਮਨੁੱਖ ਨਾ ਆਵੇ ਮੇਰੇ ਤੋਂ ਬਿਨਾਂ, ਵੀ ਮੈਂ ਉੱਚ ਜਾਤੀ ਦਾ ਮਾਲਕ ਹਾਂ, ਮੈਂ ਇਸ ਚੁੱਲ੍ਹੇ ਨੂੰ ਲਿੰਬਿਆ ਹੈ, ਚੌਂਕੇ ਨੂੰ ਲਿੰਬਿਆ ਹੈ, ਪਾਕ ਪਵਿੱਤਰ ਕੀਤਾ ਹੈ, ਤੇ ਜੇ ਕਿਸੇ ਹੋਰ ਨੇ ਇਹਦੇ ਵਿੱਚ ਆਪਣੇ ਪੈਰ ਆਪਣੇ ਚਰਨ ਰੱਖ ਲਏ ਤੇ ਇਹਨੇ ਅਪਵਿੱਤਰ ਹੋ ਜਾਣਾ ਹੈ। ਮੈਂ ਇਹਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਵਾਸਤੇ ਇਹਦੇ ਦੁਆਲੇ ਲਕੀਰ ਖਿੱਚ ਦਿੱਤੀ ਹੈ। ਉਹ ਲਕੀਰ ਖਿੱਚ ਦਿੰਦਾ ਹੈ। ਫਿਰ ਉਦੋਂ ਬਾਅਦ ਵਿੱਚ ਉਹ ਲੱਕੜਾਂ ਧੋਣ ਕੇ ਤੇ ਉਹਦੇ ਵਿੱਚ ਬਾਲਦਾ ਹੈ, ਚੁੱਲ੍ਹੇ ਵਿੱਚ ਰੱਖ ਕੇ ਅੱਗ ਬਾਲਦਾ। ਅੱਗ ਬਾਲਣ ਤੋਂ ਬਾਅਦ ਵਿੱਚ ਆਪਣਾ ਭੋਜਨ ਬਣਾਉਂਦਾ, ਭੋਜਨ ਬਣਾ ਕੇ ਫਿਰ ਛਕਦਾ ਹੈ। ਫਿਰ ਕਹਿੰਦਾ ਵੀ ਮੈਂ ਆਪਣਾ ਭੋਜਨ ਬੜੀ ਸਫਾਈ ਦੇ ਨਾਲ, ਬੜੇ ਚੰਗੇ ਢੰਗ ਦੇ ਨਾਲ ਤਿਆਰ ਕੀਤਾ, ਸੁਚਮਤਾ ਨਾਲ ਤਿਆਰ ਕੀਤਾ, ਤੇ ਮੇਰਾ ਭੋਜਨ ਵੀ ਬੜਾ ਸੁੱਚਾ ਹੈ, ਤੇ ਮੈਂ ਕਿਸੇ ਵੀ ਮਨੁੱਖ ਦੇ ਘਰ ਵਿੱਚੋਂ ਜਾਂ ਮਨੁੱਖ ਦਾ ਤਿਆਰ ਕੀਤਾ ਭੋਜਨ ਨਹੀਂ ਛਕਦਾ, ਮੈਂ ਸਿਰਫ ਆਪਣਾ ਹੀ ਤਿਆਰ ਕੀਤਾ ਭੋਜਨ ਛਕਦਾ ਹਾਂ। ਉਹਦਾ ਇਹ ਰੋਜ਼ਾਨਾ ਦਾ ਨੇਮ ਹੈ। ਹੁਣ ਜਦੋਂ ਸਤਿਗੁਰੂ ਜੀ ਹਰਿਦੁਆਰ ਦੀ ਧਰਤੀ ਤੇ ਗਏ, ਉੱਥੇ ਮਾਲਕ ਪਾਤਸ਼ਾਹ ਜੀ ਨੇ ਵੈਸ਼ਨੋ ਸਾਧ ਦੇ ਇਸ ਕਰਮ ਨੂੰ ਰੋਜ਼ ਵੇਖਿਆ। ਸੁਭਾਵਿਕ ਜਿਹੀ ਗੱਲ ਹੈ ਵੀ 2-3 ਦਿਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਹੋਣਾ ਵੀ ਇਹਦਾ ਰੋਜ਼ ਦਾ ਹੀ ਕਰਮ ਹੈ। ਫਿਰ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕੀਤਾ ਵੀ ਮਰਦਾਨਾ ਜੀ ਇਉਂ ਕਰੋ ਵੀ ਉਹ ਵੈਸ਼ਨੋ ਸਾਧ ਜਿਹੜਾ ਰੋਜ਼ ਆਪਾਂ ਵੇਖਦੇ ਹਾਂ ਲੱਕੜਾਂ ਬਾਲਣ ਤੋਂ ਪਹਿਲਾਂ ਲੱਕੜਾਂ ਵੀ ਧੋਂਦਾ ਹੈ, ਉਹਦੇ ਪਾਸ ਜਾਓ ਤੇ ਉਹਨੂੰ ਜਾ ਕੇ ਆਖੋ ਵੀ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਕੋਲੋਂ ਅੱਗ ਮੰਗਾਈ ਹੈ, ਤੁਸੀਂ ਮੈਨੂੰ ਵੀ ਅੱਗ ਦੇ ਦਿਓ ਵੀ ਅਸੀਂ ਵੀ ਚੁੱਲ੍ਹਾ ਬਾਲਣਾ ਹੈ, ਵੀ ਅਸੀਂ ਵੀ ਭੋਜਨ ਬਣਾਉਣਾ ਹੈ। ਹੁਣ ਉਹਨੇ ਸਾਰੀ ਤਿਆਰੀ ਕੀਤੀ ਹੈ। ਉਹਨੇ ਪਹਿਲਾਂ ਚੁੱਲ੍ਹਾ ਵੀ ਲਿੰਬਿਆ ਹੋਇਆ, ਲਕੀਰ ਵੀ ਖਿੱਚੀ ਹੋਈ, ਉਹ ਤੇ ਆਪਣੇ ਭੋਜਨ ਦੀ ਤਿਆਰੀ ਕਰਨ ਵਾਸਤੇ ਤੇ ਚੁੱਲ੍ਹਾ ਬਾਲ ਕੇ ਬੈਠਾ ਹੈ। ਹੁਣ ਜਿਸ ਵਕਤ ਭਾਈ ਮਰਦਾਨਾ ਜੀ ਉੱਥੇ ਗਏ, ਕਾਹਦੇ ਵਾਸਤੇ? ਲੱਕੜ ਬਲਦੀ ਹੋਈ ਅੱਗ ਮੰਗਣ ਵਾਸਤੇ, ਵੀ ਭਾਈ ਅੱਗ ਦੇ, ਅਸੀਂ ਵੀ ਚੁੱਲ੍ਹਾ ਬਾਲਣਾ ਹੈ। ਜਦੋਂ ਉੱਥੇ ਗਏ ਨਾ ਤੇ ਭਾਈ ਮਰਦਾਨਾ ਜੀ ਨੇ ਚੁੱਲ੍ਹੇ ਉੱਤੇ ਆਪਣੇ ਪੈਰ ਨਹੀਂ ਪਾਏ, ਆਪਣੇ ਚਰਨ ਨਹੀਂ ਪਾਏ, ਕੇਵਲ ਪਰਛਾਵਾਂ ਭਾਈ ਮਰਦਾਨਾ ਜੀ ਦਾ ਚੁੱਲ੍ਹੇ ਤੇ ਪੈਂਦਾ ਹੈ। ਇਸੇ ਲਈ ਮੈਂ ਪਹਿਲੋਂ ਅਰਜ਼ੋਈ ਕੀਤੀ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਉੱਥੇ ਰਹਿੰਦਿਆਂ 2-4 ਦਿਨ ਬਤੀਤ ਹੋ ਚੁੱਕੇ ਨੇ ਕਿ ਭਾਈ ਮਰਦਾਨੇ ਜੀ ਦੇ ਬਾਰੇ ਵਿੱਚ ਵੀ ਵੈਸ਼ਨੋ ਸਾਧ ਜਾਣਦਾ ਵੀ ਇਹ ਕੌਣ ਹੈ, ਇਹਦਾ ਜ਼ਾਤੀ ਵਰਗ ਕੀ ਹੈ। ਜਦੋਂ ਭਾਈ ਮਰਦਾਨਾ ਜੀ ਦਾ ਪਰਛਾਵਾਂ ਚੁੱਲ੍ਹੇ ਤੇ ਪੈਂਦਾ ਹੈ, ਭਾਈ ਮਰਦਾਨਾ ਜੀ ਨੇ ਆਵਾਜ਼ ਮਾਰੀ ਵੀ ਭਾਈ ਆਹ ਇੱਕ ਬਲ ਦੀ ਲੱਕੜ ਸਾਨੂੰ ਵੀ ਫੜਾ ਦੇ, ਵੀ ਅਸੀਂ ਵੀ ਚੁੱਲ੍ਹਾ ਬਾਲ ਲਈਏ। ਹੁਣ ਉਹਨੇ ਬਲ ਦੀ ਲੱਕੜ ਤੇ ਕੀ ਫੜਾਉਣੀ ਹੈ? ਉਹਨੇ ਵੇਖਿਆ ਭਾਈ ਮਰਦਾਨੇ ਜੀ ਦੇ ਚਿਹਰੇ ਵੱਲ, ਬਲਦੀ ਹੋਈ ਲੱਕੜ ਚੁੱਲ੍ਹੇ 'ਚੋਂ ਉਸੇ ਤਰ੍ਹਾਂ ਹੀ ਲਈ ਕੱਢ, ਤੇ ਭਾਈ ਮਰਦਾਨਾ ਜੀ ਨੂੰ ਕਹਿੰਦਾ ਵੀ ਖੜੋ ਜਾ, ਤੈਨੂੰ ਮੈਂ ਦੇਣਾ ਅੱਗ। ਉਹ ਲੈ ਕੇ ਲੱਕੜ ਤੇ ਮਗਰ ਮਗਰ ਪਿਆ ਦੌੜ। ਭਾਈ ਮਰਦਾਨਾ ਜੀ ਅਗਾਂਹ ਅਗਾਂਹ ਤੇ ਉਹ ਮਗਰ ਮਗਰ ਦੌੜਿਆ ਜਾਂਦਾ ਹੈ। ਉਹ ਇਸ ਭਾਵਨਾ ਨੂੰ ਲੈ ਕੇ ਭੱਜਿਆ ਜਾਂਦਾ ਹੈ ਵੀ ਮੈਂ ਭਾਈ ਮਰਦਾਨਾ ਜੀ ਜਿਹੜਾ ਅੱਜ ਮੇਰੇ ਕੋਲੋਂ ਲੱਕੜ ਅੱਗ ਮੰਗਣ ਵਾਸਤੇ ਆਇਆ ਹੈ, ਅੱਜ ਮੈਂ ਇਹਨੂੰ ਅੱਗ ਲਾ ਦੇਣੀ ਹੈ, ਮੈਂ ਜਿਉਂਦਾ ਨਹੀਂ ਛੱਡਣਾ। ਹੁਣ ਉਹ ਭੱਜਿਆ ਗਿਆ। ਭਾਈ ਮਰਦਾਨਾ ਜੀ ਦੌੜ ਕੇ ਗੁਰੂ ਨਾਨਕ ਸਾਹਿਬ ਕੋਲ ਪਹੁੰਚੇ ਤੇ ਜਾ ਕੇ ਮਾਲਕ ਨੂੰ ਕਹਿੰਦੇ ਵੀ ਬਾਬਾ, ਵੀ ਆਪ ਜੀ ਨੇ ਅੱਗ ਲੈਣ ਵਾਸਤੇ ਭੇਜਿਆ ਸੀ ਤੇ ਮੈਂ ਅੱਗ ਲੈਣ ਗਿਆ, ਇਹ ਅੱਗ ਦੇਣ ਦੀ ਬਜਾਏ ਅੱਗ ਲਾਉਣ ਤੇ ਆ ਗਿਆ, ਵੀ ਮੈਨੂੰ ਤੇ ਬਚਾ ਲਾ, ਨਹੀਂ ਇਹਨੇ ਸਾੜ ਦੇਣਾ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਜਦੋਂ ਭਾਈ ਮਰਦਾਨਾ ਜੀ ਪਹੁੰਚੇ ਤੇ ਭਾਈ ਮਰਦਾਨਾ ਜੀ ਪਾਸੇ ਹੋਏ, ਗੁਰੂ ਨਾਨਕ ਸਾਹਿਬ ਨੇ ਵੈਸ਼ਨੋ ਸਾਧ ਨੂੰ ਨਾ ਸੰਬੋਧਨ ਕਰਕੇ ਪਤਾ ਕੀ ਆਖਿਆ ਵੀ ਤੁਸੀਂ ਇੰਨੀ ਖੇਚਲ ਕਿਉਂ ਕਰਨੀ ਸੀ, ਵੀ ਅਸੀਂ ਅੱਗ ਲੈਣ ਵਾਸਤੇ ਆ ਭਾਈ ਮਰਦਾਨਾ ਜੀ ਨੂੰ ਭੇਜਿਆ, ਵੀ ਤੁਸੀਂ ਆਪ ਹੀ ਅੱਗ ਦੇਣ ਆ ਗਏ ਹੋ, ਇੰਨੀ ਖੇਚਲ ਤੁਸੀਂ ਕਾਹਤੋਂ ਕੀਤੀ ਹੈ?
ਉਹ ਕਹਿੰਦਾ ਜੀ ਮੈਂ ਅੱਗ ਦੇਣ ਨਹੀਂ, ਮੈਂ ਤੇ ਅੱਗ ਲਾਉਣ ਆਇਆ, ਵੀ ਮੈਂ ਤੇ ਸਾੜ ਦੇਣਾ ਇਹਨੂੰ। ਸਤਿਗੁਰੂ ਜੀ ਨੇ ਨਾ ਜਦੋਂ ਇਹ ਲਫ਼ਜ਼ ਸੁਣੇ, ਮਾਲਕ ਨੇ ਸਵਾਲ ਕੀਤਾ ਵੀ ਕਿਉਂ, ਤੁਸੀਂ ਅੱਗ ਕਿਉਂ ਲਾਓਗੇ ਇਹਨਾਂ ਨੂੰ? ਜਦੋਂ ਮਾਲਕ ਪਾਤਸ਼ਾਹ ਨੇ ਸਵਾਲ ਕੀਤਾ ਤੇ ਕਹਿੰਦਾ ਜੀ ਮੈਂ ਅੱਗ ਇਸ ਕਰਕੇ ਲਾਉਣੀ ਹੈ ਕਿਉਂਕਿ ਇਹ ਨੀਵੀਂ ਜਾਤੀ ਦਾ ਤੇ ਮੈਂ ਉੱਚੀ ਜਾਤੀ ਦਾ। ਮੈਂ ਆਪਣੇ ਭੋਜਨ ਨੂੰ ਤਿਆਰ ਕਰਨ ਤੋਂ ਪਹਿਲਾਂ ਇੰਨੀ ਮਸ਼ੱਕਤ ਘਾਲੀ, ਚੁੱਲ੍ਹਾ ਚੌਂਕਾ ਲਿੰਬਿਆ, ਲਕੀਰ ਖਿੱਚੀ, ਹੁਣ ਕਿਤੇ ਜਾ ਕੇ ਚੁੱਲ੍ਹੇ ਵਿੱਚ ਅੱਗ ਬਾਲੀ ਸੀ ਤੇ ਜਦੋਂ ਮੈਂ ਅੱਗ ਬਾਲ ਕੇ ਅਜੇ ਭੋਜਨ ਦੀ ਤਿਆਰੀ ਕਰਨ ਲੱਗਾ, ਇਹਨੇ ਆ ਕੇ ਮੇਰੇ ਚੁੱਲ੍ਹੇ ਤੇ ਪਰਛਾਵਾਂ ਪਾਤਾ, ਮੇਰਾ ਤੇ ਚੁੱਲ੍ਹਾ ਅਪਵਿੱਤਰ ਹੋ ਗਿਆ, ਪਿੱਟਿਆ ਗਿਆ ਮੇਰਾ ਤੇ ਚੌਂਕਾ। ਸਤਿਗੁਰੂ ਪਾਤਸ਼ਾਹ ਬੜੇ ਹੈਰਾਨ ਹੋਏ। ਸਾਹਿਬ ਨੇ ਫੇਰ ਸਵਾਲ ਕੀਤਾ ਵੀ ਇਹਦੇ ਪਰਛਾਵੇਂ ਨਾਲ ਤੇਰਾ ਚੁੱਲ੍ਹਾ ਕਿਵੇਂ ਪਿੱਟਿਆ ਗਿਆ ਭਾਈ, ਦੱਸ। ਵੀ ਜਿਸ ਤਰ੍ਹਾਂ ਦਾ ਤੂੰ ਹੈ ਉਸੇ ਤਰ੍ਹਾਂ ਦੇ ਮਰਦਾਨਾ ਜੀ ਨੇ, ਵੀ ਤੁਹਾਡੇ ਦੋਵਾਂ ਦੇ ਵਿੱਚ ਫਰਕ ਤੇ ਕੋਈ ਵੀ ਨਹੀਂ। ਅਕਾਲ ਪੁਰਖ ਜੀ ਨੇ ਤੁਹਾਨੂੰ ਵੀ ਮਨੁੱਖ ਬਣਾਇਆ, ਮਰਦਾਨਾ ਜੀ ਨੂੰ ਵੀ ਮਨੁੱਖ ਬਣਾਇਆ, ਫਿਰ ਇਹਨਾਂ ਦੇ ਪਰਛਾਵੇਂ ਨਾਲ ਤੁਹਾਡਾ ਚੁੱਲ੍ਹਾ ਕਿਵੇਂ ਪਿੱਟਿਆ ਗਿਆ ਜਾਂ ਤੁਹਾਡਾ ਚੁੱਲ੍ਹਾ ਅਪਵਿੱਤਰ ਕਿਵੇਂ ਹੋਇਆ? ਫਿਰ ਉਹ ਦੱਸਦਾ ਜੀ ਇਹ ਨੇ ਨੀਵੀਂ ਜ਼ਾਤ ਦੇ। ਹੁਣ ਭਾਈ ਮਰਦਾਨਾ ਜੀ ਨੂੰ ਸਮਾਜਿਕ ਤੌਰ ਤੇ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਨਾ, ਵਿਤਕਰੇ ਪਾਏ ਹੋਏ ਸਨ, ਉਹਨਾਂ ਵਿਤਕਰਿਆਂ ਦੇ ਆਧਾਰ ਤੇ ਭਾਈ ਮਰਦਾਨਾ ਜੀ ਦਾ ਜ਼ਾਤੀ ਵਰਗ ਨੀਵਾਂ ਹੈ। ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਰੱਖਦਿਆਂ ਹੋਇਆਂ ਇਸ ਭਰਮ ਨੂੰ ਵੀ ਖਤਮ ਕੀਤਾ ਵੀ ਜਾਤੀ ਵਰਗ ਮਨੁੱਖਾਂ ਦੇ ਬਣਾਏ ਹੋਏ ਨੇ, ਰੱਬ ਦੇ ਬਣਾਏ ਹੋਏ ਨਹੀਂ। ਕਿਉਂਕਿ ਸਮਾਜਿਕ ਤੌਰ ਤੇ, ਸੰਸਾਰਕ ਤੌਰ ਤੇ ਭਾਈ ਮਰਦਾਨਾ ਜੀ ਨੂੰ ਜਿਸ ਜਾਤੀ ਨਾਲ ਜੋੜਦੇ ਨੇ ਉਹਨੂੰ ਨੀਵੀਂ ਸਮਝਿਆ ਜਾਂਦਾ ਹੈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਦੇ ਵੀ ਇਹ ਉੱਚ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ। ਔਰ ਮਾਲਕ ਜੀ ਨੇ ਜਾਤੀ ਵਰਗ ਦਾ ਜਿਹੜਾ ਭਰਮ ਸੀ ਉਹਨੂੰ ਖਤਮ ਕਰਦਿਆਂ ਆਪਣੇ ਨਾਲ ਮਰਦਾਨਾ ਜੀ ਨੂੰ ਰੱਖਿਆ। ਜਿੰਨੀਆਂ ਪ੍ਰਚਾਰਕ ਫੇਰੀਆਂ ਕੀਤੀਆਂ, ਸਾਰੀਆਂ ਪ੍ਰਚਾਰਕ ਫੇਰੀਆਂ ਵਿੱਚ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਨੇ। ਉਹਨਾਂ ਨੂੰ ਨਾਲ ਰੱਖਣਾ ਵੀ ਇੱਕ ਜਾਤੀ ਵਰਗ ਦੇ ਉੱਤੇ ਭਾਰੀ ਚੋਟ ਸੀ, ਜਿਸ ਕਰਕੇ ਸਤਿਗੁਰੂ ਜੀ ਨੇ ਫਿਰ ਉੱਥੇ ਉਸ ਵੈਸ਼ਨੋ ਸਾਧ ਨੂੰ ਸਵਾਲ ਕੀਤਾ ਵੀ ਤੁਸੀਂ ਉੱਚ ਜਾਤੀ ਦੇ ਤੇ ਇਹ ਨੀਵੀਂ ਜਾਤੀ ਦੇ ਨੇ, ਜੇ ਇਹਨਾਂ ਦੇ ਪਰਛਾਵੇਂ ਨਾਲ ਚੌਂਕਾ ਪਿੱਟਿਆ ਗਿਆ ਔਰ ਹਾਲਾਤ ਐਸੇ ਸਨ ਵੀ ਨੀਵੀਂ ਜਾਤੀ ਵਾਲੇ ਦਾ ਪਰਛਾਵਾਂ ਵੀ ਚੁੱਲ੍ਹੇ ਤੇ ਪੈ ਜਾਏ ਤੇ ਚੁੱਲ੍ਹਾ ਪਿੱਟਿਆ ਜਾਂਦਾ ਹੈ, ਚੌਂਕਾ ਪਿੱਟਿਆ ਜਾਂਦਾ ਸੀ, ਪਰ ਚੌਂਕੇ ਉੱਤੇ ਕੋਈ ਜਾਨਵਰ ਆ ਜਾਏ, ਚੌਂਕੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਜੀਵ ਆ ਜਾਏ, ਉਹਦੇ ਨਾਲ ਕਦੇ ਚੁੱਲ੍ਹਾ ਅਪਵਿੱਤਰ ਨਹੀਂ ਸੀ ਹੋਇਆ। ਸਿਰਫ ਇੱਕ ਨੀਵੀਂ ਜਾਤ ਵਾਲੇ ਦਾ ਜਦੋਂ ਪਰਛਾਵਾਂ ਵੀ ਪੈ ਜਾਣਾ ਤੇ ਉਹ ਕਹਿਣਾ ਵੀ ਚੁੱਲ੍ਹਾ ਪਿੱਟਿਆ ਗਿਆ, ਚੌਂਕਾ ਪਿੱਟਿਆ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਸੀਂ ਪਹਿਲੋਂ ਆਪਣੇ ਵੱਲ ਝਾਤ ਮਾਰ ਕੇ ਵੇਖੋ ਵੀ ਤੁਸੀਂ ਸੱਚਮੁੱਚ ਉੱਚ ਜਾਤੀ ਦੇ ਮਾਲਕ ਹੋ। ਉਹ ਕਹਿੰਦਾ ਜੀ ਹਾਂ, ਉਹਨੇ ਆਪਣੀ ਜਾਤੀ ਵੀ ਦੱਸਤੀ ਜੀ, ਮੈਂ ਤੇ ਇਸ ਜਾਤੀ ਨਾਲ ਸੰਬੰਧ ਰੱਖਣ ਵਾਲਾ। ਮਾਲਕ ਪਾਤਸ਼ਾਹ ਕਹਿੰਦੇ ਵੀ ਫਿਰ ਸਤਿਗੁਰੂ ਨੇ ਸਵਾਲ ਵੀ ਵੇਖੋ, ਜੇ ਤੇ ਭਾਈ ਮਰਦਾਨਾ ਜੀ ਦੇ ਪਰਛਾਵੇਂ ਨਾਲ ਚੌਂਕਾ ਪਿੱਟਿਆ ਗਿਆ ਤੇ ਭਲੇ ਤੁਸੀਂ ਵੀ ਨਹੀਂ ਹੋ, ਤੁਹਾਡਾ ਚੌਂਕਾ ਪਵਿੱਤਰ ਹੋਇਆ ਹੀ ਨਹੀਂ ਸੀ। ਬੜਾ ਹੈਰਾਨ ਹੈ ਵੀ ਇਹ ਪਹਿਲੀ ਵਾਰੀ ਕਿਸੇ ਸ਼ਖਸ ਨੇ ਆਖਿਆ ਵੀ ਮੇਰਾ ਚੌਂਕਾ ਅਪਵਿੱਤਰ ਹੈ। ਨਹੀਂ, ਅੱਜ ਤੱਕ ਸਾਰੇ ਹੀ ਮੈਨੂੰ ਵੈਸ਼ਨੋ ਸਾਧ ਕਿਉਂ ਕਹਿੰਦੇ ਨੇ? ਉਹਦੇ ਕਰਮਾਂ ਕਰਕੇ ਵੀ ਇਹ ਵੈਸ਼ਨੋ ਸਾਧ ਹੈ, ਇਹ ਤੇ ਪਵਿੱਤਰਤਾ ਬੜੀ ਰੱਖਦਾ। ਉਹ ਕਹਿੰਦਾ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਮੇਰਾ ਚੌਂਕਾ ਅਪਵਿੱਤਰ? ਮਾਲਕ ਕਹਿੰਦੇ ਵੀ ਤੂੰ ਇਹਨਾਂ ਨੂੰ ਨੀਵੀਂ ਜਾਤੀ ਵਾਲਾ ਕਹੀ ਜਾਂਦਾ, ਜਿਹੜੀਆਂ ਆਪਣੇ ਨਾਲ ਨੀਵੀਆਂ ਜਾਤੀਆਂ ਲੈ ਕੇ ਬੈਠਾ ਉਹ ਕਿੱਥੇ ਲੈ ਕੇ ਜਾਏਗਾ? ਉਹ ਫੇਰ ਬੜਾ ਹੈਰਾਨ, ਮੇਰੇ ਨਾਲ ਤੇ ਮੈਂ ਇਕੱਲਾ ਹੀ ਆ ਚੌਂਕੇ ਤੇ ਦੂਜਾ ਹੈ ਹੀ ਕੋਈ ਨਹੀਂ। ਸਤਿਗੁਰੂ ਕਹਿੰਦੇ ਵੀ ਤੂੰ ਇੱਕ ਬੰਦੇ ਦੇ ਪਰਛਾਵਾਂ ਪੈਣ ਉੱਤੇ ਕਹੀ ਜਾਂਦਾ ਮੇਰਾ ਚੁੱਲ੍ਹਾ ਚੌਂਕਾ ਪਿੱਟਿਆ ਗਿਆ, ਆਪਣੇ ਨਾਲ ਜਿਹੜੇ ਚਾਰ ਲੈ ਕੇ ਬੈਠਾ ਹੈ ਨੀਵੀਂ ਜਾਤੀਆਂ, ਆਪਣੇ ਨਾਲ ਚਾਰ ਮਾੜੀਆਂ ਜਾਤੀਆਂ ਜਿਹੜੀਆਂ ਤੂੰ ਲੈ ਕੇ ਬੈਠਾ ਹੈ, ਕੀ ਉਹਨਾਂ ਵੱਲ ਕਦੇ ਝਾਤ ਮਾਰੀ? ਉਹਨਾਂ ਨਾਲ ਤੇਰਾ ਚੌਂਕਾ ਨਹੀਂ ਪਿੱਟਿਆ ਜਾਂਦਾ। ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਤਰਕ ਕਰਦੇ ਨਾ ਉਹਦੇ ਤੇ, ਫਿਰ ਉਹ ਆਖਦਾ ਵੀ ਮੈਨੂੰ ਦੱਸੋ ਪਹਿਲੋਂ ਮੇਰੇ ਨਾਲ ਕਿਹੜੀਆਂ ਨੀਵੀਆਂ ਜਾਤੀਆਂ ਨੇ, ਮੇਰੇ ਨਾਲ ਕਿਹੜੇ ਨੀਵੇਂ ਵਰਗ ਨੇ ਜਿਨ੍ਹਾਂ ਦੇ ਨਾਲ ਮੇਰਾ ਚੌਂਕਾ ਪਿੱਟਿਆ ਜਾਂਦਾ। ਫਿਰ ਸਤਿਗੁਰੂ ਜੀ ਉੱਥੇ
ਆ ਪਾਵਨ ਸ਼ਲੋਕ ਉਚਾਰਦੇ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਹੁਣ ਇਹ 4 ਜਾਤੀਆਂ ਦਾ ਜ਼ਿਕਰ ਹੈ। ਸਭ ਤੋਂ ਪਹਿਲਾਂ ਉਹਨੂੰ ਕਹਿੰਦੇ ਸਾਧ ਜੀ ਆਪਣੇ ਅੰਦਰ ਝਾਤ ਮਾਰੋ, ਤੁਹਾਡੇ ਅੰਦਰ ਇੱਕ ਡੂਮਣੀ ਬੈਠੀ ਹੈ। ਉਹ ਕਹਿੰਦਾ ਜੀ ਡੂਮਣੀ ਕਿਹੜੀ? ਮਾਲਕ ਪਾਤਸ਼ਾਹ ਕਹਿੰਦੇ ਤੁਹਾਡੀ ਭੈੜੀ ਬੁੱਧੀ। ਹੁਣ ਸੱਚ ਤੇ ਸੱਚ ਹੀ ਸੀ ਨਾ। ਮਾਲਕ ਕਹਿੰਦੇ ਵੀ ਭੈੜੀ ਬੁੱਧੀ ਲੈ ਕੇ ਬੈਠੇ ਹੋ ਤੁਸੀਂ। ਜੇ ਮੱਤ ਚੰਗੀ ਹੁੰਦੀ, ਬੁੱਧੀ ਚੰਗੀ ਹੁੰਦੀ ਤੇ ਭਾਈ ਮਰਦਾਨਾ ਜੀ ਦੇ ਮਗਰ ਲੱਕੜ ਲੈ ਕੇ ਥੋੜੀ ਭੱਜਦੇ ਸੀ। ਫਿਰ ਤੇ ਇਹ ਸੀ ਵੀ ਜੇ ਉਹ ਅੱਗ ਲੈਣ ਆਏ ਨੇ ਤੇ ਤੂੰ ਬਲਦੀ ਲੱਕੜ ਦੇ ਦਿੰਦਾ ਵੀ ਲੈ ਭਾਈ ਮੇਰੇ ਵੀ ਘਰ ਚੁੱਲ੍ਹਾ ਬਲਦਾ, ਤੁਸੀਂ ਆਪਣੇ ਘਰ ਜਾ ਕੇ ਬਾਲ ਲਓ। ਮੱਤ ਤੇ ਇਹੀ ਕਹਿੰਦੀ ਹੈ ਨਾ। ਜੇ ਤੇ ਸਿਆਣੀ ਮੱਤ ਦੀ ਗੱਲ ਕਰਾਂਗੇ, ਸਿਆਣੀ ਬੁੱਧੀ ਦਾ ਜ਼ਿਕਰ ਕਰਾਂਗੇ, ਸਿਆਣੀ ਬੁੱਧੀ ਤੇ ਇਹੋ ਕਹਿੰਦੀ ਹੈ ਕਿ ਜੇ ਕੋਈ ਲੋੜਵੰਦ ਆਇਆ ਤੇ ਉਹਦੀ ਸਹਾਇਤਾ ਕਰੋ। ਮਾਲਕ ਕਹਿੰਦੇ ਵੀ ਤੂੰ ਭੈੜੀ ਬੁੱਧੀ ਲੈ ਕੇ ਬੈਠਾ। ਹੁਣ ਉਹ ਬੋਲਣ ਜੋਗਾ ਕੁਛ ਨਹੀਂ ਸੀ। ਕਹਿੰਦੇ ਇਹ ਡੂਮਣੀ ਤੇਰੇ ਅੰਦਰ ਬੈਠੀ ਹੈ, ਤੂੰ ਚੌਂਕੇ ਤੇ ਲੇਪਣ ਫੇਰਦਾ, ਇਹ ਤੇਰੇ ਨਾਲ ਫਿਰਦੀ ਹੈ। ਫਿਰ ਕੁਦਇਆ ਕਸਾਇਣ, ਕੁਦਇਆ ਜੀਵਾਂ ਉੱਤੇ ਦਇਆ ਨਾ ਕਰਨੀ, ਜਾਂ ਦਇਆਲੂਪਨ ਨਾ ਵਿਖਾਉਣਾ, ਦਇਆਲਤਾ ਨਾ ਵਿਖਾਉਣੀ। ਜੇ ਦਇਆਲਤਾ ਹੁੰਦੀ ਤੇ ਕੀ ਉਸ ਵੈਸ਼ਨੋ ਸਾਧ ਦੀ ਜ਼ੁਬਾਨ ਤੋਂ ਇਹ ਲਫ਼ਜ਼ ਨਿਕਲਦਾ ਵੀ ਅੱਜ ਮੈਂ ਮਰਦਾਨੇ ਨੂੰ ਮਾਰ ਦੇਣਾ, ਵੀ ਇਹਨੇ ਮੇਰਾ ਚੌਂਕਾ ਪਿੱਟਦਾ? ਦਇਆਲਤਾ ਨਹੀਂ ਸੀ। ਉਹ ਕਹਿੰਦਾ ਮੈਂ ਮਾਰ ਦੇਣਾ, ਮੈਂ ਤੇ ਵੀ ਮੈਂ ਅੱਗ ਦੇਣ ਨਹੀਂ, ਮੈਂ ਤੇ ਅੱਗ ਲਾਉਣ ਆਇਆ। ਹੁਣ ਜਿਹਨੂੰ ਅੱਗ ਲਾਈ ਜਾਏਗੀ, ਕਿਉਂ ਲਾਈ ਜਾਏਗੀ? ਮਾਰਨ ਵਾਸਤੇ ਹੀ ਲਾਈ ਜਾਣੀ ਨਾ, ਵੀ ਇਹਨੇ ਮੇਰਾ ਚੌਂਕਾ ਪਿੱਟਿਆ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਹਾਡੇ ਕੋਲ ਦਇਆ ਵੀ ਹੈ ਨਹੀਂ, ਇਹ ਵੀ ਤੁਸੀਂ ਆਪਣੇ ਅੰਦਰ ਇੱਕ ਕਸੈਣ ਲੈ ਕੇ ਬੈਠੇ ਹੋ। ਫਿਰ ਪਰ ਨਿੰਦਾ ਘਟ ਚੂੜੀ, ਆਪਣੇ ਅੰਦਰ ਤੁਸੀਂ ਪਰਾਈ ਨਿੰਦਿਆ ਲੈ ਕੇ ਬੈਠੇ ਹੋ। ਹੁਣ ਜੇ ਪਰਾਈ ਨਿੰਦਿਆ ਨਾ ਹੁੰਦੀ ਤੇ ਭਾਈ ਮਰਦਾਨਾ ਜੀ ਨੂੰ ਮਾੜਾ ਥੋੜੀ ਕਹਿਣਾ ਸੀ। ਫਿਰ ਤੇ ਕਹਿੰਦੇ ਭਾਈ ਤੂੰ ਵੀ ਰੱਬ ਦਾ ਜੀ ਹੈ ਤੇ ਮੈਂ ਵੀ ਰੱਬ ਦਾ ਜੀ, ਤੁਹਾਨੂੰ ਵੀ ਪਰਮੇਸ਼ਵਰ ਨੇ ਬਣਾਇਆ, ਮੈਨੂੰ ਵੀ ਪਰਮੇਸ਼ਵਰ ਨੇ ਬਣਾਇਆ। ਪਰ ਅੰਦਰ ਪਰਾਈ ਨਿੰਦਿਆ ਹੈ, ਉਹ ਜਿਹੜੀ ਪਰਾਈ ਨਿੰਦਿਆ ਉਹ ਅੰਦਰ ਚੂੜੀ ਬਣ ਕੇ ਤੁਸੀਂ ਬਣਾ ਕੇ ਬਿਠਾਈ ਹੋਈ ਹੈ। ਫਿਰ ਚੌਥੇ ਨੰਬਰ ਤੇ ਮਾਲਕ ਜੀ ਜ਼ਿਕਰ ਕਰਦਿਆਂ ਕਹਿੰਦੇ ਮੁੱਠੀ ਕ੍ਰੋਧ ਚੰਡਾਲ। ਹੁਣ ਜਿਹੜੀ ਅੰਦਰ ਤੁਸੀਂ ਕ੍ਰੋਧ ਬਿਠਾਇਆ ਹੈ, ਇਹ ਕ੍ਰੋਧ ਰੂਪੀ ਅੰਦਰ ਤੁਹਾਡੇ ਚੰਡਾਲ ਬੈਠੀ ਹੋਈ ਹੈ, ਜਿਹਨੇ ਤੁਹਾਨੂੰ ਠੱਗਿਆ ਹੋਇਆ, ਜਿਹਨੇ ਤੁਹਾਨੂੰ ਲੁੱਟਿਆ ਹੋਇਆ। ਹੁਣ ਕ੍ਰੋਧ ਸੀ ਤਾਂ ਹੀ ਤੇ ਅੱਗ ਬਬੋਲਾ ਹੋਇਆ, ਮਗਰ ਮਗਰ ਭੱਜਿਆ ਜਾਂਦਾ ਹੈ ਨਾ। ਜੇ ਨਾ ਹੁੰਦਾ ਕ੍ਰੋਧ ਤੇ ਭਲਾ ਸੀ। ਹੁਣ ਸਤਿਗੁਰੂ ਨੇ ਚਾਰੇ ਚੀਜ਼ਾਂ ਗਿਣਾ ਕੇ ਉਹਦੇ ਸਾਹਮਣੇ ਰੱਖਤੀਆਂ। ਹੁਣ ਉਹਦੇ ਕੋਲ ਕੀ ਜਵਾਬ ਹੈ? ਕਿਉਂਕਿ ਮਾਲਕ ਨੇ ਉਹਦਾ ਅੰਦਰ ਫਰੋਲ ਕੇ ਉਹਦੇ ਸਾਹਮਣੇ ਰੱਖਿਆ। ਕਬੁੱਧ ਡੂਮਣੀ ਭਾਈ ਤੇਰੇ ਅੰਦਰ ਬੈਠੀ ਹੈ। ਡੂਮਣੀ ਨੀਵੀਂ ਜ਼ਾਤ ਨੂੰ ਕਿਹਾ ਜਾਂਦਾ। ਕਬੁੱਧ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂੜੀ। ਸਾਹਿਬ ਕਹਿੰਦੇ ਆ 4 ਜਾਤੀਆਂ, ਮੁੱਠੀ ਕ੍ਰੋਧ ਚੰਡਾਲ। ਕ੍ਰੋਧ ਸਮੇਤ ਤੂੰ ਆਪਣੇ ਅੰਦਰ ਹਮੇਸ਼ਾ ਆਪਣੇ ਨਾਲ 4 ਨੀਵੀਆਂ ਜਾਤਾਂ ਲੈ ਕੇ ਬੈਠਾ, ਜਿਹਨੂੰ ਤੂੰ ਸਮਾਜਿਕ ਤੌਰ ਤੇ ਨੀਵਾਂ ਕਹਿੰਦਾ, ਇਹ ਤੇਰੇ ਅੰਦਰ ਬੈਠੀਆਂ ਨੇ। ਫਿਰ ਕਹਿੰਦੇ ਦੱਸ ਕਾਰੀ ਕੱਢੀ ਕਿਆ ਥੀ ਹੈ। ਹੁਣ ਕਾਰੀ ਕਹਿੰਦੇ ਨੇ ਲਕੀਰ ਨੂੰ। ਕਹਿੰਦੇ ਚੌਂਕੇ ਦੀਆਂ ਖਿੱਚੀਆਂ ਹੋਈਆਂ ਲੀਕਾਂ, ਚੌਂਕੇ ਦੇ ਦੁਆਲੇ ਦੁਆਲੇ ਖਿੱਚੀਆਂ ਹੋਈਆਂ ਲਕੀਰਾਂ ਕੀ ਕਰਨਗੀਆਂ? ਜਾਂ ਚਾਰੇ ਬੈਠੀਆਂ ਨਾਲ। ਕਿਉਂਕਿ ਜਦੋਂ ਤੂੰ ਲੇਪਣ ਫੇਰਨ ਲੱਗਿਆ ਸੀ ਨਾ, ਤੇਰੇ ਅੰਦਰ ਉਦੋਂ ਵੀ ਆ ਬੈਠੀਆਂ ਸਨ। ਜਦੋਂ ਤੂੰ ਲੱਕੜਾਂ ਧੋਤੀਆਂ ਨੇ, ਲੱਕੜਾਂ ਧੋਣ ਲੱਗਿਆਂ ਵੀ ਇਹ ਚਾਰੇ ਤੇਰੇ ਨਾਲ ਨੇ। ਉਹ ਤੋਂ ਬਾਅਦ ਵਿੱਚ ਜਦੋਂ ਚੌਂਕੇ ਦੇ ਦੁਆਲੇ ਦੁਆਲੇ ਲਕੀਰ ਖਿੱਚੀ ਤੇ ਉਦੋਂ ਲਕੀਰਾਂ ਖਿੱਚਦਿਆਂ ਵੀ ਇਹ ਚਾਰੇ ਤੇਰੇ ਨਾਲ ਨੇ। ਦੱਸ ਭਾਈ ਵੈਸ਼ਨੋ ਸਾਧ ਵੀ ਤੇਰਾ ਚੌਂਕਾ ਪਵਿੱਤਰ ਕਿਵੇਂ ਹੈ, ਜਾਂ ਤੂੰ ਪਾਕ ਕਿਵੇਂ ਹੈ, ਤੇਰਾ ਚੌਂਕਾ ਪਾਕ ਕਿਵੇਂ ਹੈ, ਤੇਰਾ ਬਣਾਇਆ ਭੋਜਨ ਪਾਕ ਕਿਵੇਂ ਹੈ, ਤੇ ਤੇਰੇ ਬਣਾਏ ਹੋਏ ਚੌਂਕੇ ਦੇ ਉੱਤੇ ਆਹ ਭਲਾ ਪੁਰਸ਼ ਜਿਹੜਾ ਗਿਆ, ਇਸ ਭਲੇ ਪੁਰਸ਼ ਦੇ ਪਰਛਾਵੇਂ ਨਾਲ ਤੇਰਾ ਚੌਂਕਾ ਕਿਵੇਂ ਪਿੱਟਿਆ ਗਿਆ।
ਤੂੰ ਆ 4 ਜਾਤੀਆਂ ਭੈੜੀਆਂ ਆਪਣੇ ਅੰਦਰ ਲੈ ਕੇ ਬੈਠਾ ਹੈ ਤੇ ਸਮਾਜਿਕ ਤੌਰ ਉੱਤੇ ਪਾਏ ਵਿਤਕਰੇ ਦੇ ਆਧਾਰ ਤੇ ਆ ਮਰਦਾਨਾ ਜੀ ਦੀ ਜਿਹੜੀ ਜ਼ਾਤ ਨੂੰ ਤੂੰ ਮੁੱਖ ਰੱਖ ਕੇ ਕਹਿਣਾ ਚੌਂਕਾ ਪਿੱਟਿਆ ਗਿਆ, ਕਦੇ ਮਰਦਾਨੇ ਦਾ ਅੰਦਰ ਫਰੋਲ ਕੇ ਵੇਖ, ਇਹਨਾਂ ਚੋਂ ਇੱਕ ਵੀ ਜਾਤ ਨਹੀਂ ਉਹ ਲੱਭਣੀ। ਕਿਉਂਕਿ ਨਾ ਤੇ ਭਾਈ ਮਰਦਾਨਾ ਜੀ ਕੋਲ ਕ੍ਰੋਧ ਹੈ, ਨਾ ਭਾਈ ਮਰਦਾਨਾ ਜੀ ਕੋਲ ਪਰਾਈ ਨਿੰਦਿਆ ਹੈ, ਨਾ ਹੀ ਅੰਦਰ ਕੁਦਇਆ ਹੈ ਤੇ ਨਾ ਹੀ ਅੰਦਰ ਭੈੜੀ ਬੁੱਧੀ ਹੈ। ਇਹ ਤੇ ਚਾਰੀਆਂ ਚੀਜ਼ਾਂ ਤੋਂ ਹੀ ਪਾਸੇ ਨੇ। ਉਹ ਤੇ ਚੰਗੀ ਮੱਤ ਦੇ ਮਾਲਕ ਨੇ, ਉਹ ਤੇ ਦਇਆਲਤਾ ਦਇਆਲੂ ਸੁਭਾਵ ਦੇ ਮਾਲਕ ਨੇ। ਉਹਨਾਂ ਦੇ ਕੋਲ ਪਰਾਈ ਨਿੰਦਿਆ ਨਹੀਂ ਹੈ, ਉਹਨਾਂ ਦੇ ਕੋਲ ਤੇ ਉਸਤਤੀ ਹੈ ਅਕਾਲ ਪੁਰਖ ਪਰਮੇਸ਼ਵਰ ਦੀ, ਤੇ ਉਹਨਾਂ ਕੋਲ ਕ੍ਰੋਧ ਨਹੀਂ ਹੈ, ਉਹਨਾਂ ਕੋਲ ਤੇ ਪ੍ਰੇਮ ਹੈ। ਤੇ ਤੂੰ ਕੇਵਲ ਸੰਸਾਰਕ ਤੌਰ ਉੱਪਰਲੀ ਜ਼ਾਤੀ ਵੇਖ ਕੇ ਤੇ ਮਰਦਾਨਾ ਜੀ ਨੂੰ ਤੂੰ ਮਾੜਾ, ਆਪਣੇ ਆਪ ਨੂੰ ਚੰਗਾ ਤੇ ਆਪਣੇ ਚੌਂਕੇ ਨੂੰ ਅਪਵਿੱਤਰ ਦੱਸੀ ਜਾਂਦਾ। ਇਹਨਾਂ ਦੇ ਪਏ ਪਰਛਾਵੇਂ ਨਾਲ ਕਹਿੰਦੇ ਤੇਰਾ ਚੌਂਕਾ ਤੂੰ ਅਪਵਿੱਤਰ ਕਰਦਾ ਹੈ, ਨਾ ਕਿ ਮਰਦਾਨਾ ਜੀ ਦੇ ਪਰਛਾਵੇਂ ਨਾਲ ਅਪਵਿੱਤਰ ਹੋਇਆ। ਫਿਰ ਇਸ ਤਰੀਕੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਸੰਬੋਧਨ ਕਰਦੇ ਆ, ਆਖਦੇ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਸੱਚ ਸੰਜਮ ਕਰਨੀ ਕਾਰਾ ਨਾਵਨ ਨਾਉ ਜਪੇਹੀ। ਨਾਨਕ ਅੱਗੇ ਉਤਮ ਸੇਈ ਜੇ ਪਾਪਾ ਪੰਦ ਨਾ ਦੇਹੀ। ਹੁਣ ਜਦੋਂ ਨੇ ਇਹ ਲਫ਼ਜ਼ ਸੁਣੇ ਵੀ ਤੇਰਾ ਚੌਂਕਾ ਤੂੰ ਅਪਵਿੱਤਰ ਕੀਤਾ ਹੈ, ਇੱਕ ਵਾਰੀ ਤੇ ਮਨ ਨੂੰ ਠੇਸ ਲੱਗਣੀ ਸੀ ਨਾ। ਮਨ ਨੂੰ ਠੇਸ ਲੱਗੀ ਤੇ ਕਹਿੰਦਾ ਜੀ ਫਿਰ ਹੁਣ ਤਰੀਕਾ ਦੱਸੋ ਵੀ ਮੈਂ ਤੇ ਅੱਜ ਤੱਕ ਇਹੀ ਸਮਝਦਾ ਰਿਹਾ ਵੀ ਮੈਂ ਬੜਾ ਪਵਿੱਤਰ ਹਾਂ, ਮੈਂ ਤੇ ਅੱਜ ਤੱਕ ਇਹੀ ਮੰਨਦਾ ਰਿਹਾ ਵੀ ਮੇਰੇ ਵਰਗੀ ਪਵਿੱਤਰਤਾ ਕਿਸੇ ਕੋਲ ਵੀ ਨਹੀਂ। ਮੇਰੇ ਚੌਂਕਾ ਜਿੰਨਾ ਪਵਿੱਤਰ ਹੈ ਇੰਨਾ ਚੌਂਕਾ ਤੇ ਕਿਸੇ ਕੋਲ ਵੀ ਨਹੀਂ ਹੈ ਪਵਿੱਤਰ। ਇਹ ਹੁਣ ਤੁਸੀਂ ਕਿਰਪਾ ਕਰੋ ਇਹ ਦੱਸੋ ਵੀ ਚੌਂਕਾ ਪਵਿੱਤਰ ਹੋਵੇਗਾ ਕਿਵੇਂ? ਵੀ ਮੈਂ ਆਪਣੇ ਚੌਂਕੇ ਨੂੰ ਪਵਿੱਤਰ ਕਰਨਾ ਚਾਹੁੰਦਾ, ਮੈਂ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਚਾਹੁੰਦਾ, ਮੈਂ ਚਾਹੁੰਦਾ ਵੀ ਆਹ ਜਿਹੜੀਆਂ ਜ਼ਾਤੀਆਂ ਦਾ ਤੁਸੀਂ ਜ਼ਿਕਰ ਕੀਤਾ ਵੀ ਇਹ ਮੇਰੇ ਜੀਵਨ ਚੋਂ ਚਲੀਆਂ ਜਾਣ। ਸਤਿਗੁਰੂ ਕਹਿੰਦੇ ਫਿਰ ਜਿੱਥੇ ਤੂੰ ਸੰਜਮ ਬਾਹਰੀ ਤੌਰ ਉੱਤੇ ਰੱਖਦਾ, ਬਾਹਰੀ ਤੌਰ ਉੱਪਰ ਸੰਜਮ ਕੀ ਹੈ? ਕਿਸੇ ਦੇ ਕੋਲੋਂ ਵਸਤੂ ਨਹੀਂ ਲੈਣੀ, ਕਿਸੇ ਦੇ ਕੋਲੋਂ ਪਦਾਰਥ ਨਹੀਂ ਲੈਣਾ, ਆਪ ਵਸਤੂ ਲੈ ਕੇ ਆਉਣੀ ਹੈ, ਆਪ ਹੀ ਪਦਾਰਥ ਲੈ ਕੇ ਆਉਣਾ, ਲੱਕੜਾਂ ਵੀ ਆਪ ਲਿਆਉਣੀਆਂ ਤੇ ਬਾਲਣੀਆਂ ਵੀ ਧੋ ਕੇ ਆਪ, ਵਸਤੂਆਂ ਲਿਆ ਕੇ ਧੋਣੀਆਂ ਬਣਾਉਣੀਆਂ ਵੀ ਆਪ, ਫੇਰ ਕਿਤੇ ਜਾ ਕੇ ਪ੍ਰਸ਼ਾਦਾ ਛਕਣਾ। ਕਹਿੰਦੇ ਤੂੰ ਬਾਹਰੀ ਤੌਰ ਤੇ ਇਹ ਸੰਜਮ ਰੱਖਿਆ, ਪਰ ਜੇ ਤੂੰ ਸੰਜਮ ਰੱਖਣਾ ਨਾ ਤੇ ਆਪਣੇ ਜੀਵਨ ਦੇ ਅੰਦਰ ਝੂਠ ਵੱਲੋਂ ਸੰਜਮ ਰੱਖ, ਸੱਚ ਆਪਣੇ ਜੀਵਨ ਵਿੱਚ ਕਮਾ। ਸੱਚ ਸੰਜਮ ਕਰਨੀ ਕਾਰਾ, ਫਿਰ ਤੂੰ ਕਰਨੀ ਦੀਆਂ ਕਾਰਾਂ ਬਣਾ। ਕਾਰਾਂ ਮਤਲਬ ਲਕੀਰਾਂ, ਆਪਣੇ ਉੱਚੇ ਇਖਲਾਕ ਦੀਆਂ, ਆਪਣੇ ਉੱਚੇ ਆਚਰਣ ਦੀਆਂ ਲਕੀਰਾਂ ਖਿੱਚ। ਜਿਹੜਾ ਤੂੰ ਸੰਜਮ ਰੱਖਿਆ ਹੈ ਨਾ, ਉਸ ਸੰਜਮ ਨੂੰ ਰੱਖਦਿਆਂ ਹੋਇਆਂ ਫਿਰ ਉੱਚੇ ਇਖਲਾਕ ਦੀਆਂ ਲਕੀਰਾਂ ਖਿੱਚ, ਤੇ ਉੱਚੇ ਇਖਲਾਕ ਦੀਆਂ ਲਕੀਰਾਂ ਖਿੱਚਦਿਆਂ ਨਹਾਵਣ ਨਾਉ ਜਪੇਹੀ, ਤੇ ਇਸ਼ਨਾਨ ਕਰ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ। ਬਾਹਰੀ ਤੌਰ ਉੱਤੇ ਜਿਹੜਾ ਸੰਜਮ ਰੱਖਦਾ ਉਹ ਤੇਰਾ ਤੂੰ ਜਾਣੇ, ਪਰ ਅਸਲ ਵਿੱਚ ਸੰਜਮ ਆ ਚਾਹੀਦਾ ਹੈ ਕਿ ਤੇਰੇ ਕੋਲ ਸੱਚ ਹੋਵੇ, ਤੇਰਾ ਇਖਲਾਕ, ਤੇਰਾ ਕੈਰੈਕਟਰ, ਤੇਰੀ ਕਰਨੀ ਉੱਚੀ ਹੋਵੇ, ਔਰ ਤੇਰੇ ਕੋਲ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਹੋਵੇ। ਮਤਲਬ ਰੱਬੀ ਯਾਦ ਵਿੱਚ ਰੋਜ਼ ਇਸ਼ਨਾਨ ਕਰ, ਫਿਰ ਉੱਚੇ ਇਖਲਾਕ ਦੀਆਂ ਲਕੀਰਾਂ ਖਿੱਚ ਜਿੰਨੇ ਤੈਨੂੰ ਪਵਿੱਤਰ ਰੱਖਣਾ ਹੈ। ਉੱਚੇ ਆਚਰਣ ਦੀਆਂ ਲਕੀਰਾਂ ਖਿੱਚ ਜਿਹੜੀਆਂ ਲਕੀਰਾਂ ਤੈਨੂੰ ਪਾਕ ਰੱਖਣਗੀਆਂ, ਤੇ ਆਪਣੇ ਕੋਲ ਨਿਤਾ ਪ੍ਰਤੀ ਸੱਚ ਰੱਖ। ਉਹ ਸੱਚ ਦਾ ਜਦੋਂ ਸੰਜਮ ਰੱਖੇਗਾ ਨਾ ਸੱਜਣਾ, ਤੂੰ ਜੀਵਨ ਅੰਦਰ ਪਵਿੱਤਰ ਬਣੇਗਾ। ਨਾਨਕ ਅੱਗੇ ਉੱਤਮ ਸਈ, ਤੇ ਹੈ ਨਾਨਕ ਜੀਓ ਅਗਾਂਹ ਤੇ ਉੱਤਮ ਉਹੀ ਮੰਨੇ ਜਾਣਗੇ ਜੇ ਪਾਪਾਂ ਪੰਦ ਨਾ ਦੇਹੀ। ਜਿਹੜਾ ਜੀਵ ਪਾਪਾਂ ਦੀ ਨਸੀਹਤ ਤੋਂ, ਸਿੱਖਿਆ ਤੋਂ, ਪਾਪਾਂ ਦੇ ਰਾਹ ਤੇ ਜਿਹੜਾ ਨਾ ਤੁਰੇਗਾ ਉਹੀ ਉੱਤਮ ਗਿਣਿਆ ਜਾਏਗਾ।
ਤੇ ਜਿਹੜਾ ਪਾਪਾਂ ਦੇ ਰਾਹ ਤੇ ਤੁਰਨ ਵਾਲਾ ਹੈ, ਭੈੜੇ ਕਰਮਾਂ ਦੇ ਰਾਹ ਤੇ ਤੁਰਨ ਵਾਲਾ ਹੈ, ਉਹਨੂੰ ਕਦੇ ਵੀ ਪਵਿੱਤਰ ਮੰਨਿਆ ਨਹੀਂ ਜਾਣਾ। ਨਾਨਕ ਅੱਗੇ ਉੱਤਮ ਸਈ, ਜੇ ਪਾਪਾਂ ਪੰਦ ਨਾ ਦੇਹੀ, ਕਹਿੰਦੇ ਅੱਗੇ ਜਾ ਕੇ ਉਹ ਚੰਗੇ ਗਿਣੇ ਜਾਣਗੇ ਜੋ ਕਿਸੇ ਨੂੰ ਪਾਪਾਂ ਵਾਲੀ ਸਿੱਖਿਆ ਨਹੀਂ ਦਿੰਦੇ, ਪਾਪਾਂ ਵਾਲੇ ਰਾਹ ਤੇ ਜਦੋਂ ਕਿਸੇ ਨੂੰ ਨਹੀਂ ਤੋਰਦੇ, ਜਾਂ ਆਪਣਾ ਆਪਾ ਪਾਪਾਂ ਵਾਲੇ ਰਾਹ ਤੋਂ ਰੋਕ ਕੇ ਜਿਹੜਾ ਚੰਗੇ ਮਾਰਗ ਉੱਤੇ ਚੱਲ ਪੈਂਦਾ ਹੈ, ਦੂਜੇ ਨੂੰ ਭਲੇ ਰਾਹ ਤੇ ਤੋਰਦਾ ਹੈ, ਉਹੀ ਜੀਵ ਅਗਾਂਹ ਅਕਾਲ ਪੁਰਖ ਪਰਮੇਸ਼ਵਰ ਦੀਆਂ ਨਜ਼ਰਾਂ ਦੇ ਵਿੱਚ ਉੱਤਮ ਗਿਣਿਆ ਜਾਂਦਾ ਹੈ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ, ਕਾਗੋ ਹੰਸ ਕਰੇ। ਇਸ ਸ਼ਲੋਕ ਨੂੰ ਨਾ ਤਵੱਜੋ ਦੇ ਕੇ ਸਮਝਿਓ, ਕਿਉਂਕਿ ਜਦੋਂ ਕਾਂ ਔਰ ਹੰਸ ਦਾ ਅਸੀਂ ਜ਼ਿਕਰ ਕਰਦੇ ਨਾ, ਤੇ ਇੱਕ ਤਸਵੀਰ ਵੀ ਬਣਾਈ ਜਾਂਦੀ ਹੈ ਜਾਂ ਇੱਕ ਕਲਿੱਪ ਇਸ ਢੰਗ ਨਾਲ ਤਿਆਰ ਕੀਤਾ ਜਾਂਦਾ ਵੀ ਇੱਕ ਕਾਲਾ ਕਾਂ, ਕਾਲੇ ਰੰਗ ਦਾ, ਉਹ ਜਲ ਦੇ ਵਿੱਚ ਚੁੱਭੀ ਲਾਉਂਦਾ ਤੇ ਬਾਹਰ ਹੰਸ ਬਣ ਕੇ ਨਿਕਲਦਾ। ਇੱਦਾਂ ਦੀਆਂ ਤਸਵੀਰਾਂ ਵੀ ਬਣਾਤੀਆਂ ਤੇ ਇੱਦਾਂ ਦੇ ਕਲਿੱਪ ਵੀ ਬਣਾਤੇ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕੋਈ ਦਾਅਵਾ ਕਰਕੇ ਵੀ ਗਲਤ ਹੈ ਜਾਂ ਠੀਕ ਹੈ, ਪਰ ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਇਹਨੂੰ ਤਵੱਜੋ ਦੇ ਕੇ ਸਮਝਿਓ। ਸਾਹਿਬ ਕਹਿੰਦੇ ਕਿਆ ਹੰਸ ਕਿਆ ਬਗੁਲਾ, ਜਾ ਕਉ ਨਦਰ ਕਰੇ। ਕਹਿੰਦੇ ਹੰਸ ਤੇ ਬਗਲੇ ਦੀ ਗੱਲ ਛੱਡੋ, ਕੀ ਹੰਸ ਤੇ ਕੀ ਬਗਲਾ, ਹੈ ਤੇ ਦੋਵੇਂ ਚਿੱਟੇ ਹੀ ਨਾ। ਕਹਿੰਦੇ ਬਗਲੇ ਤੋਂ ਹੰਸ ਬਣਾਉਣ ਦੀ ਬਾਤ ਛੱਡੋ, ਰੱਬ ਜੀ ਦੇ ਉੱਤੇ ਬਖਸ਼ਿਸ਼ ਦੀ ਨਦਰ ਕਰਦਾ ਹੈ। ਜੇ ਤੇ ਅੱਖਰੀ ਅਰਥ ਕਰਾਂਗੇ, ਕਿਆ ਹੰਸ ਕਿਆ ਬਗਲਾ, ਕੀ ਹੰਸ ਹੈ ਤੇ ਕੀ ਬਗਲਾ, ਜਾ ਕੋ ਨਦਰ ਕਰੇ, ਜਿਹਦੇ ਉੱਤੇ ਉਹ ਨਦਰ ਕਰਦਾ ਹੈ, ਜੋ ਤਿਸ ਭਾਵੈ ਨਾਨਕਾ। ਹੇ ਨਾਨਕ ਜੀ, ਉਹ ਜਿਹੜਾ ਉਸ ਪਰਮੇਸ਼ਵਰ ਨੂੰ ਭਾ ਜਾਂਦਾ ਹੈ, ਕਾਗੋਂ ਹੰਸ ਕਰੇ, ਉਹ ਰੱਬ ਤੇ ਕਾਂ ਤੋਂ ਵੀ ਹੰਸ ਬਣਾ ਦਿੰਦਾ। ਇਹ ਤੇ ਨੇ ਅੱਖਰੀ ਅਰਥ। ਸ਼ਾਇਦ ਅਸੀਂ ਇਹਨਾਂ ਅੱਖਰੀ ਅਰਥਾਂ ਨੂੰ ਲੈ ਕੇ ਹੀ ਉਹ ਤਸਵੀਰਾਂ ਤੇ ਕਲਿੱਪ, ਜਿਹੜੇ ਵੀਡੀਓ ਕਲਿੱਪ ਕਹਿ ਲਓ ਜਾਂ ਤਸਵੀਰਾਂ ਕਹਿ ਲਓ, ਉਹ ਬਣਾ ਲਈਆਂ ਸਿਰਫ ਅੱਖਰੀ ਅਰਥਾਂ ਦੇ ਆਧਾਰ ਤੇ। ਹੁਣ ਇਹਨਾਂ ਦੇ ਅੱਖਰੀ ਅਰਥ ਨਹੀਂ, ਇਹਨਾਂ ਦੇ ਭਾਵ ਅਰਥ ਜਦੋਂ ਆਪਾਂ ਕਰਾਂਗੇ। ਇੱਕ ਹੰਸ ਐਸਾ ਜੀਵ ਹੈ ਜਿਹਦੇ ਪ੍ਰਤੀ ਗੁਰਬਾਣੀ ਵਿੱਚ ਜ਼ਿਕਰ ਕਰਦਿਆਂ ਹੋਇਆਂ ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ, ਹੰਸ ਉੱਡਰ ਕੋਧਰੈ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣੇ, ਹੰਸ ਨਾ ਕੋਧਰਾ ਖਾਏ। ਹੁਣ ਉਹਦੀ ਜਦੋਂ ਬਾਣੀ ਅੰਦਰ ਆਪਾਂ ਹੰਸ ਦੀ ਮੱਤ ਨੂੰ ਵੇਖਦੇ ਹਾਂ ਤੇ ਸਾਹਿਬ ਜੀ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਇਹ ਦੋਵੇਂ ਚੀਜ਼ਾਂ ਵੇਖੋ ਨਾ, ਇੱਥੇ ਪਹਿਲਾਂ ਜ਼ਿਕਰ ਕੀਤਾ ਕਿਆ ਹੰਸ ਕਿਆ ਬਗਲਾ। ਹੰਸਾਂ ਦਾ ਸੁਭਾਵ ਹੈ ਹੀਰਾ ਮੋਤੀ ਚੁਗਣਾ, ਹੀਰਿਆਂ ਤੇ ਮੋਤੀਆਂ ਨੂੰ ਚੁਗਣਾ। ਬੱਗ ਡੱਡਾਂ ਭਾਲਣ ਜਾਵੇ, ਤੇ ਬੱਗ ਦਾ ਸੁਭਾਵ ਹੈ, ਬਗਲੇ ਦਾ ਸੁਭਾਵ ਹੈ ਡੱਡੀਆਂ ਤੇ ਮੱਛੀਆਂ ਚੁਣਨਾ। ਦੋਵਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ, ਉਹ ਕਦੇ ਹੀਰੇ ਮੋਤੀ ਨਹੀਂ ਚੁਗਦਾ। ਹੰਸ ਹਮੇਸ਼ਾ ਹੀਰੇ ਮੋਤੀ ਚੁਗਦਾ ਹੈ, ਉਹ ਕਦੇ ਡੱਡੂ ਤੇ ਮੱਛੀਆਂ ਨੂੰ ਨਹੀਂ ਖਾਂਦਾ। ਇਹ ਸੁਭਾਅ ਰੱਬ ਵੱਲੋਂ ਬਣਾਇਆ। ਹੰਸ ਅੱਗੇ ਡੱਡੂ ਮੱਛੀਆਂ ਰੱਖ ਦਈਏ, ਉਹ ਭੁੱਖਾ ਮਰ ਜਾਣਾ ਮਨਜ਼ੂਰ ਹੈ, ਪਰ ਉਹ ਕਦੇ ਇਹਨਾਂ ਨੂੰ ਨਹੀਂ ਵਰਤਦਾ। ਬਗਲੇ ਅੱਗੇ ਅਸੀਂ ਡੱਡੂ ਮੱਛੀਆਂ ਛੱਡ ਕੇ ਹੀਰੇ ਮੋਤੀ ਰੱਖ ਦਈਏ, ਉਹ ਵੀ ਭੁੱਖਾ ਮਰਨ ਨੂੰ ਤਿਆਰ ਹੈ, ਪਰ ਇਹਨਾਂ ਦਾ ਸੇਵਨ ਨਹੀਂ ਕਰਦਾ। ਜਦੋਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਪਾਵਨ ਬਾਣੀ ਦੇ ਅੰਦਰ ਮਾਲਕ ਪਾਤਸ਼ਾਹ ਨੇ ਜ਼ਿਕਰ ਕਰਦਿਆਂ ਇੱਥੋਂ ਤੱਕ ਵੀ ਆਖਿਆ ਵੀ ਜੇ ਕਾਂ ਅਤੀ ਸਿਆਣਾ ਹੋਵੇ ਨਾ, ਬਗਲਾ ਅੱਤ ਦਾ ਸਿਆਣਾ ਹੋਵੇ, ਤੇ ਉਹ ਕਦੇ ਵੀ ਆਪਣੇ ਭੋਜਨ ਤੋਂ ਪਾਸੇ ਨਹੀਂ ਹੁੰਦਾ ਜਾਂ ਆਪਣੀ ਮੱਤ ਤੋਂ ਪਾਸੇ ਨਹੀਂ ਹੁੰਦਾ।
ਉਹ ਆਪਣੀ ਸਿਆਣਪ ਉੱਥੇ ਕੀ ਵਿਖਾਈ ਜਾਂਦਾ ਹੈ, ਗੰਦਗੀ ਦੇ ਵਿੱਚ ਮੂੰਹ ਮਾਰਦਾ ਹੋਇਆ, ਜੀਵਾਂ ਨੂੰ ਖਾਂਦਾ ਹੋਇਆ, ਉਹ ਆਪਣੀ ਸਿਆਣਪ ਉੱਥੇ ਕੀ ਵਿਖਾਈ ਜਾਂਦਾ। ਹੁਣ ਹੰਸ ਦੀ ਬਿਰਤੀ ਸੀ ਹੀਰੇ ਤੇ ਮੋਤੀ ਚੁਗਣਾ, ਬਗਲੇ ਦੀ ਬਿਰਤੀ ਸੀ ਜੀਵਾਂ ਦਾ ਘਾਣ ਕਰਨਾ ਤੇ ਜੀਵਾਂ ਨੂੰ ਖਾਣਾ। ਇੱਥੇ ਹੁਣ ਬਾਤ ਹੈ ਉੱਚੇ ਔਰ ਨੀਵੇਂ ਦੇ ਇਖਲਾਕ ਦੀ। ਜਿਹੜਾ ਹੰਸ ਰੂਪ ਜੀਵ ਹੈ, ਇੱਥੇ ਗੱਲ ਮਨੁੱਖਾਂ ਦੀ ਚੱਲ ਰਹੀ ਹੈ, ਪੰਛੀਆਂ ਦੀ ਨਹੀਂ। ਪੰਛੀ ਤੇ ਸਿਰਫ ਉਦਾਹਰਨ ਤੌਰ ਉੱਤੇ ਵਰਤੇ ਨੇ, ਸਾਹਿਬ ਨੇ ਉਹਨਾਂ ਦਾ ਜ਼ਿਕਰ ਵਰਤਿਆ ਸਿਰਫ ਉਦਾਹਰਨ ਤੌਰ ਉੱਤੇ। ਜਿਹੜਾ ਮਨੁੱਖ ਤੇ ਹੰਸ ਵਰਗਾ ਹੈ, ਉਹਦਾ ਇਖਲਾਕ ਬਹੁਤ ਉੱਚਾ ਹੋਏਗਾ, ਉਹਦੀ ਮੱਤ ਬਹੁਤ ਉੱਚੀ ਹੋਏਗੀ, ਉਹਦੀਆਂ ਵਿਚਾਰਾਂ ਬਹੁਤ ਉੱਚੀਆਂ ਹੋਣਗੀਆਂ, ਉਹ ਉੱਚੀ ਵਿਚਾਰ ਦਾ ਪਾਤਰ ਹੈ। ਤੇ ਜਿਹੜਾ ਜੀਵ ਹੰਸ ਵਰਗਾ ਤੇ ਹੈ ਪਰ ਬਿਰਤੀ ਬਗਲਿਆਂ ਵਰਗੀ ਹੈ, ਇਸ ਲਈ ਪਹਿਲੋਂ ਹੰਸ ਤੇ ਬਗਲੇ ਦਾ ਜ਼ਿਕਰ। ਦੋਵੇਂ ਚਿੱਟੇ ਨੇ, ਰੂਪ ਦੋਵਾਂ ਦਾ ਇੱਕੋ ਹੈ, ਦੋਵਾਂ ਦੇ ਵਿੱਚ ਫਰਕ ਉਹਨਾਂ ਦੇ ਭੋਜਨ ਤੇ ਉਹਨਾਂ ਦੀ ਮੱਤ ਤੋਂ ਲੱਗਦਾ ਹੈ। ਇਸੇ ਤਰ੍ਹਾਂ ਹੋ ਸਕਦਾ ਚਿੱਟ ਕੱਪੜੀਏ ਦੋਵੇਂ ਹੀ ਹੋਣ, ਹੰਸ ਤੇ ਬਗਲਾ ਦੋਵੇਂ ਹੀ ਚਿੱਟ ਕੱਪੜੀਏ ਨੇ। ਇਸੇ ਤਰ੍ਹਾਂ ਉੱਚੇ ਇਖਲਾਕ ਵਾਲਾ ਵੀ ਚਿੱਟ ਕੱਪੜੀਆ ਹੋਵੇ ਤੇ ਹੋ ਸਕਦਾ ਨੀਵੇਂ ਇਖਲਾਕ ਵਾਲਾ ਵੀ ਚਿੱਟੇ ਵਸਤਰ ਪਹਿਨਦਾ ਹੋਵੇ, ਚਿੱਟ ਕੱਪੜੀਆ ਹੋਵੇ। ਪਰ ਹੁਣ ਦੋਵਾਂ ਵਿੱਚ ਫਰਕ ਕਿੱਥੋਂ ਲੱਭੇਗਾ? ਦੋਵਾਂ ਦੇ ਜੀਵਨ ਦੇ ਵਿੱਚੋਂ, ਦੋਵਾਂ ਦੇ ਇਖਲਾਕ ਵਿੱਚੋਂ, ਦੋਵਾਂ ਦੀ ਮੱਤ ਵਿੱਚੋਂ, ਦੋਵਾਂ ਦੀ ਵਿਚਾਰ ਵਿੱਚੋਂ। ਇਖਲਾਕ ਵਿੱਚੋਂ ਨਜ਼ਰੀ ਆਏਗਾ ਹੰਸ ਕਿਹੜਾ ਤੇ ਬਗਲਾ ਕਿਹੜਾ। ਹੁਣ ਹੰਸ ਦੀ ਜਿਹੜੀ ਮੱਤ ਹੈ ਉਹ ਉੱਚੀ ਹੈ, ਹੰਸ ਦੀ ਜਿਹੜੀ ਵਿਚਾਰ ਹੈ ਉਹ ਭਲੀ ਹੈ, ਕਿਉਂਕਿ ਪਹਿਲੇ ਸ਼ਲੋਕ ਵਿੱਚ ਵੀ ਜ਼ਿਕਰ ਕੀਤਾ ਵੀ ਜੀਵ ਨੀਵੀਆਂ ਜ਼ਾਤੀਆਂ ਅੰਦਰ ਲੈ ਕੇ ਬੈਠਾ ਹੈ। ਹੁਣ ਜਿਹੜਾ ਆਪਣੇ ਅੰਦਰ ਪਰਾਈ ਨਿੰਦਿਆ ਲੈ ਕੇ ਬੈਠਾ ਹੈ, ਰੋਜ਼ ਪਰਾਈ ਨਿੰਦਿਆ ਚੂੰਡ ਚੂੰਡ ਕੇ ਖਾਂਦਾ ਹੈ, ਜਿਹੜਾ ਨਿਤਾ ਪ੍ਰਤੀ ਕ੍ਰੋਧ ਨੂੰ ਆਪਣੇ ਅੰਦਰ ਲੈ ਕੇ ਬੈਠਾ ਹੈ, ਜਿਹੜਾ ਨਿਤਾ ਪ੍ਰਤੀ ਭੈੜੀ ਮੱਤ ਆਪਣੇ ਅੰਦਰ ਲੈ ਕੇ ਬੈਠਾ, ਜਾਂ ਕੁਦਇਆ ਜੀਵਾਂ ਉੱਤੇ ਦਇਆ ਨਾ ਕਰਨ ਵਾਲਾ ਸੁਭਾਵ ਆਪਣੇ ਅੰਦਰ ਲੈ ਕੇ ਬੈਠਾ ਹੈ, ਉਹ ਕਿਵੇਂ ਬਗਲਾ ਹੋ ਸਕਦਾ, ਉਹ ਕਿਵੇਂ ਹੰਸ ਹੋ ਸਕਦਾ ਹੈ? ਉਹਦੇ ਕੋਲ ਪਹਿਰਾਵਾ ਤੇ ਹੰਸਾਂ ਵਾਲਾ ਹੈ ਪਰ ਮੱਤ ਉਹਦੀ ਬਗਲਿਆਂ ਵਾਲੀ ਹੈ, ਕਿਉਂਕਿ ਉਹ ਕ੍ਰੋਧ ਰੂਪੀ ਜੀਵ ਰੋਜ਼ ਖਾ ਰਿਹਾ, ਉਹ ਕੁਦਇਆ ਕਰਦਾ ਹੋਇਆ ਜੀਵਾਂ ਦਾ ਘਾਣ ਰੋਜ਼ ਕਰ ਰਿਹਾ ਹੈ। ਇਸੇ ਤਰ੍ਹਾਂ ਭੈੜੀ ਮੱਤ ਨਾਲ ਪਤਾ ਹੀ ਨਹੀਂ ਉਹ ਕਿੰਨੀ ਕੁ ਵਾਰੀ ਆਪਣੇ ਇਖਲਾਕ ਤੋਂ ਡਿੱਗਦਾ ਹੈ, ਔਰ ਇਸੇ ਤਰ੍ਹਾਂ ਕੁਦਇਆ ਦੇ ਕਰਕੇ ਆਪਣੇ ਜ਼ਿੰਦਗੀ ਦੇ ਵਿੱਚ ਕਿੰਨੀ ਵਾਰੀ ਜੀਵਾਂ ਦਾ ਘਾਣ ਕਰਦਾ, ਕਿੰਨੀ ਵਾਰੀ ਜੀਵਾਂ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਕਰਦਾ ਹੈ। ਉਹਦੇ ਪਹਿਰਾਵੇ ਨੇ ਇਹ ਚੀਜ਼ ਸਾਬਤ ਨਹੀਂ ਕਰਨੀ, ਉਹਦਾ ਇਖਲਾਕ ਇਹ ਚੀਜ਼ ਸਾਬਤ ਕਰੇਗਾ। ਸਾਹਿਬ ਕਹਿੰਦੇ ਫਿਰ ਹੰਸ ਤੇ ਬਗਲੇ ਦੀ ਬਾਤ ਛੱਡੋ, ਕਹਿੰਦੇ ਜਾ ਕੋ ਨਦਰ ਕਰੇ, ਜਿਹਦੇ ਉੱਤੇ ਪਰਮੇਸ਼ਵਰ ਨਦਰ ਕਰਦਾ, ਬਖਸ਼ਿਸ਼ ਕਰਦਾ। ਇੱਥੇ ਤੇ ਕੱਲਾ ਪਹਿਰਾਵਾ ਹੀ ਸੀ ਨਾ, ਵੀ ਜੇ ਕਿਤੇ ਰੱਬ ਬਖਸ਼ਿਸ਼ ਕਰਦੇ ਨਾ, ਅਕਾਲ ਪੁਰਖ ਬਖਸ਼ਿਸ਼ ਕਰ। ਹੁਣ ਬਗਲੇ ਤੇ ਕਾਮ ਦਾ ਪਹਿਰਾਵੇ ਵਾਲਾ ਫਰਕ ਹੈ, ਸੁਭਾਅ ਇੱਕੋ ਜਿਹਾ। ਬਗਲੇ ਤੇ ਕਾਂ ਦੇ ਪਹਿਰਾਵੇ ਦਾ ਫਰਕ ਹੈ, ਹੰਸ ਤੇ ਬਗਲੇ ਦੇ ਸੁਭਾਅ ਦਾ ਫਰਕ ਹੈ, ਪਹਿਰਾਵਾ ਇੱਕ ਹੈ। ਕਾਂ ਔਰ ਬਗਲੇ ਦਾ ਸੁਭਾਅ ਇੱਕ ਹੈ, ਪਹਿਰਾਵੇ ਦਾ ਫਰਕ ਹੈ। ਬਸ ਇਉਂ ਕਹਿ ਲੋ ਵੀ ਕਾਂ ਦੀ ਪੋਸਟ ਜਦੋਂ ਉੱਚੀ ਹੋ ਜਾਂਦੀ ਹੈ ਨਾ ਤੇ ਉਹ ਬਗਲਾ ਬਣ ਜਾਂਦਾ। ਜਿਵੇਂ ਇਨਸਾਨ ਪਹਿਲੋਂ ਤੇ ਭੈੜੇ ਕਰਮ ਕਰਦਾ ਰਿਹਾ, ਲੋਕਾਂ ਨੂੰ ਸ਼ਰੇਆਮ ਪਤਾ ਸੀ ਵੀ ਇਹ ਭੈੜੇ ਕਰਮ ਕਰਦਾ, ਹੁਣ ਉਹਦੀ ਪੋਸਟ ਉੱਚੀ ਹੋ ਗਈ। ਜਦੋਂ ਪੋਸਟ ਉੱਚੀ ਹੋਈ, ਹੁਣ ਉਹਨੇ ਕੱਪੜੇ ਪਾ ਲਏ ਚਿੱਟੇ। ਹੁਣ ਚਿੱਟੇ ਕੱਪੜੇ ਪਾ ਕੇ ਤੇ ਬਣ ਗਿਆ ਚੰਗਾ, ਪਰ ਕੰਮ ਅਜੇ ਵੀ ਕਾਵਾਂ ਵਾਲੇ ਹੀ ਨੇ, ਕੰਮ ਨਹੀਂ ਛੱਡੇ, ਸਿਰਫ ਪਹਿਰਾਵਾ ਬਦਲ ਲਿਆ। ਮੈਂ ਇਸੇ ਕਰਕੇ ਲਵੇ ਵੀ ਛੇਤੀ ਪਕੜ ਵਿੱਚ ਆਵੇ, ਕਾਂ ਦੀ ਜਦੋਂ ਪੋਸਟ ਉੱਚੀ ਹੁੰਦੀ ਨਾ ਉਹ ਬਗਲਾ ਬਣ ਜਾਂਦਾ। ਮਤਲਬ ਪਹਿਲੋਂ ਤੇ ਕੰਮ ਵੀ ਕਾਲੇ ਸੀ ਤੇ ਪਹਿਰਾਵਾ ਵੀ ਕਾਲਾ, ਹੁਣ ਕੰਮ ਕਾਲੇ ਨੇ, ਪਹਿਰਾਵਾ ਚਿੱਟਾ ਹੈ, ਵੀ ਲੋਕ ਭਰਮਾ ਜਾਣ ਵੀ ਇਹ ਤੇ ਮਾੜਾ ਕੰਮ ਕਰ ਹੀ ਨਹੀਂ ਸਕਦਾ। ਜਿਹੜਾ ਇੰਨਾ ਸੋਹਣਾ ਲਿਬਾਸ ਪਹਿਨਣ ਵਾਲਾ ਹੈ, ਇੰਨਾ ਆਪਣੇ ਆਪ ਨੂੰ ਚੰਗਾ ਤੇ ਵਧੀਆ ਅਖਵਾਉਣ ਵਾਲਾ, ਉਹ ਮਾੜਾ ਕੰਮ ਕਿਵੇਂ ਕਰ ਸਕਦਾ? ਹੁਣ ਸਿਰਫ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਘੱਟਾ ਪਾਉਣ ਵਾਸਤੇ, ਅੱਖਾਂ ਤੇ ਘੱਟਾ ਪਾਉਣ ਵਾਸਤੇ ਕਾਂ ਨੇ ਆਪਣਾ ਲਿਬਾਸ ਬਦਲ ਕੇ ਤੇ ਹੰਸ ਵਾਲਾ ਪਾ ਲਿਆ।
ਹੰਸ ਵਾਲਾ ਲਿਬਾਸ ਮਤਲਬ ਚਿੱਟਾ ਲਿਬਾਸ ਪਾ ਲਿਆ। ਕਾਂ ਨੇ ਆਪਣਾ ਇਖਲਾਕ ਨੂੰ ਛੱਡ ਕੇ ਪਹਿਰਾਵਾ ਬਦਲ ਲਿਆ, ਉਹ ਉਸੇ ਤਰ੍ਹਾਂ ਦਾ ਹੀ ਹੈ। ਹੁਣ ਮਾਲਕ ਕਹਿੰਦੇ ਜੇ ਕਿਤੇ ਰੱਬ ਦੀ ਨਜ਼ਰ ਵਰਤ ਜਾਏ, ਜੋ ਤਿਸ ਭਾਵੈ ਨਾਨਕਾ, ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਜਿਹੜਾ ਜੀਵ ਤੁਹਾਨੂੰ ਭਾ ਜਾਂਦਾ ਹੈ ਉਹ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਬਦਲ ਜਾਂਦਾ ਹੈ। ਕਾਗੋਂ ਹੰਸ ਕਰੇ, ਤੁਸੀਂ ਉਹਨੂੰ ਸੱਚਮੁੱਚ ਕਾਂ ਤੋਂ ਹੰਸ ਬਣਾ ਦਿੰਦੇ ਹੋ। ਮਤਲਬ ਉਹਦੀ ਕਾਵਾਂ ਵਾਲੀ ਬਿਰਤੀ ਜੀਵਾਂ ਨੂੰ ਚੂੰਡ ਚੂੰਡ ਕੇ ਖਾਣਾ, ਉਹਦੀ ਕਾਵਾਂ ਵਾਲੀ ਬਿਰਤੀ ਗੰਦਗੀ ਵਿੱਚ ਮੂੰਹ ਮਾਰਨਾ, ਉਹਦੀ ਕਾਵਾਂ ਵਾਲੀ ਬਿਰਤੀ ਕਿ ਹਰ ਥਾਂ ਉੱਤੇ ਜਿੱਥੇ ਵੀ ਕੋਈ ਗੰਦਗੀ ਵਿਸਟਾ ਨਜ਼ਰ ਆਈ ਉਸੇ ਥਾਂ ਉੱਤੇ ਬੈਠ ਕੇ ਉਹਦੇ ਵਿੱਚ ਆਪਣੀਆਂ ਚੁੰਝਾਂ ਮਾਰਨ ਲੱਗ ਜਾਣਾ। ਸਾਹਿਬ ਕਹਿੰਦੇ ਕਿ ਜੇ ਕਿਤੇ ਅਕਾਲ ਪੁਰਖ ਜੀਓ ਤੁਹਾਨੂੰ ਭਾ ਜਾਏ ਨਾ, ਤੇ ਤੁਸੀਂ ਉਹਦੇ ਤੋਂ ਜੀਵ ਜਿਹੜਾ ਰੋਜ਼ ਗੰਦਗੀ ਖਾਣ ਵਾਲਾ ਹੈ ਨਾ, ਉਹਨੂੰ ਵੀ ਆਪ ਜੀ ਹੰਸ ਵਰਗਾ ਬਣਾ ਦਿੰਦੇ ਹੋ, ਉਹ ਹੀਰੇ ਮੋਤੀ ਚੁਗਣ ਲੱਗ ਜਾਂਦਾ ਹੈ। ਮਤਲਬ ਇਹ ਜਿਹੜਾ ਰੋਜ਼ ਕਾਂ ਵਾਲੀ ਬਿਰਤੀ ਲੈ ਕੇ ਨਾ ਗੰਦਗੀ ਵਿੱਚ ਮੂੰਹ ਮਾਰਦਾ ਹੈ, ਜੇ ਕਿਤੇ ਪਰਮੇਸ਼ਵਰ ਨੂੰ ਭਾ ਜਾਏ ਤੇ ਉਹਦੀ ਮੱਤ ਵਿੱਚ ਕੀ ਆ ਜਾਂਦਾ? ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਕਿਤੇ ਗੁਰੂ ਕੀ ਸਿੱਖਿਆ ਸੁਣ ਲੈਂਦਾ ਹੈ ਨਾ, ਉਹ ਕਾਂ ਬਿਰਤੀ ਵਾਲਾ ਵੀ ਹੰਸ ਦੀ ਬਿਰਤੀ ਦਾ ਪਾਤਰ ਬਣ ਜਾਂਦਾ ਹੈ। ਕਿੱਥੇ ਰੋਜ਼ ਲੋਕਾਂ ਨੂੰ ਚੂੰਡ ਚੂੰਡ ਖਾਣਾ, ਤੇ ਕਿੱਥੇ ਹੰਸ ਬਿਰਤੀ ਧਾਰਨ ਕਰਨ ਤੋਂ ਬਾਅਦ ਚ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ। ਹੁਣ ਉਹ ਸਾਰਾ ਕੁਝ ਹੀ ਜੀਵਨ ਵਿੱਚ ਬਣ ਗਿਆ ਨਾ। ਪਹਿਲੋਂ ਸੀ ਲੋਕਾਂ ਨੂੰ ਚੂੰਡਣਾ, ਹੁਣ ਲੋਕਾਂ ਨੂੰ ਨਹੀਂ ਚੂੰਡਦਾ। ਹੁਣ ਮਨ ਵਿੱਚ ਕੀ ਲੱਗ ਗਿਆ? ਅਕਾਲ ਪੁਰਖ ਨਾਲ ਪ੍ਰੇਮ ਲੱਗ ਗਿਆ। ਹੁਣ ਸ਼ਬਦ ਰੂਪੀ ਰਤਨ ਚੁਗਦਾ ਹੈ। ਪਹਿਲੋਂ ਲੋਕਾਂ ਦੀ ਨਿੰਦਿਆ ਰੂਪੀ ਜੀਵ ਚੁਣਦਾ ਸੀ, ਨਿੰਦਿਆ ਰੂਪੀ ਬਿਸ਼ਟਾ ਵਿੱਚ ਚੁੰਝਾਂ ਮਾਰਨੀਆਂ, ਲੋਕਾਂ ਦੇ ਉੱਤੇ ਭੈੜੀ ਮੱਤ ਦਾ ਪ੍ਰਭਾਵ ਪਾਉਣਾ, ਜਾਂ ਲੋਕਾਂ ਨੂੰ ਅਤਿਆਚਾਰ ਕਰਕੇ, ਲੋਕਾਂ ਉੱਤੇ ਜ਼ੁਲਮ ਕਰਕੇ ਤੇ ਆਪਣੀ ਭੈੜੀ ਮੱਤ ਦਾ ਪ੍ਰਗਟਾਵਾ ਕਰਨਾ। ਹੁਣ ਇਹ ਸਾਰੀਆਂ ਚੀਜ਼ਾਂ ਛੱਡਤੀਆਂ, ਕਾਂ ਬਿਰਤੀ ਖਤਮ ਹੋ ਗਈ। ਜਦੋਂ ਕਾਂ ਬਿਰਤੀ ਖਤਮ ਹੋਈ, ਹੰਸ ਬਿਰਤੀ ਆ ਗਈ। ਹੰਸ ਬਿਰਤੀ ਨਾਲ ਕੀ ਹੋਇਆ? ਹੁਣ ਚੁਗਦਾ ਤੇ ਹੈ, ਚੁੰਝ ਤੇ ਅਜੇ ਵੀ ਮਾਰਦਾ, ਪਰ ਹੁਣ ਚੁੰਝ ਗੰਦਗੀ ਵਿੱਚ ਨਹੀਂ ਮਾਰਦਾ। ਹੁਣ ਚੁੰਝ, ਕਿਉਂਕਿ ਹੰਸ ਨੇ ਵੀ ਚੁੰਝ ਮਾਰਨੀ ਤੇ ਕਾਂ ਨੇ ਵੀ ਚੁੰਝ ਹੀ ਮਾਰਨੀ ਨਾ। ਬਸ ਕਾਂ ਦੀ ਚੁੰਝ ਬਿਸ਼ਟਾ ਨਾਲ ਲਿਬੜੀ ਹੁੰਦੀ ਹੈ, ਹੰਸ ਜਿਹੜਾ ਉਹ ਹੀਰੇ ਤੇ ਮੋਤੀ ਚੁਗਦਾ। ਕਾਂ ਦੀ ਚੁੰਝ ਜੀਵਾਂ ਦੇ ਲਹੂ ਨਾਲ ਲਿਬੜੀ ਹੈ, ਇੱਧਰ ਹੀਰੇ ਤੇ ਮੋਤੀ ਚੁਗਦਿਆਂ ਹੋਇਆਂ ਚੁੰਝ ਵੀ ਸ਼ੋਭਾ ਵਾਲੀ ਬਣ ਜਾਂਦੀ। ਕਾਂ ਨੂੰ ਕਦੇ ਕਿਸੇ ਚੰਗਾ ਆਖਿਆ? ਜੇ ਕਦੇ ਬੈਠਾ 2 ਘੜੀਆਂ ਕਾਂ ਕਾਂ ਕਰੀ ਵੀ ਜਾਏ ਨਾ, ਤੇ ਲੋਕੀ ਵੱਟੇ ਲੈ ਕੇ ਮਾਰਨ ਲੱਗ ਜਾਂਦੇ ਵੀ ਡਾਓ ਪਰਾਂ, ਇਹਨੇ ਕੀ ਸਿਰ ਖਾਧਾ ਹੈ। ਤੇ ਹੰਸ ਨੂੰ ਕੋਈ ਮਾਰਨ ਵਾਸਤੇ ਗਿਆ? ਹਾਂ, ਇੱਕ ਬਾਤ, ਇੱਕ ਬੜੀ ਪਿਆਰੀ ਘਟਨਾ, ਕਹਿੰਦੇ ਕਾਂ ਤੇ ਹੰਸ ਦੀ ਨਾ ਮਿੱਤਰਤਾ ਪੈ ਗਈ। ਦੋਵੇਂ ਬੜੇ ਗੂੜੇ ਮਿੱਤਰ ਬਣ ਗਏ, ਹੰਸ ਵੀ ਤੇ ਕਾਂ ਵੀ। ਹੁਣ ਹੋਇਆ ਕੀ? ਇੰਨੀ ਗੂੜੀ ਮਿੱਤਰਤਾ ਵੀ ਰੋਜ਼ ਇੱਕ ਦੂਜੇ ਨੂੰ ਮਿਲਣਾ, ਵਿਚਾਰਾਂ ਦੀ ਰੋਜ਼ ਸਾਂਝ ਹੋਣੀ। ਹੰਸ ਨੇ ਕਈ ਗੱਲਾਂ ਤੋਂ ਆਪਣੇ ਦੋਸਤ ਨਾਲ ਹਾਂ ਵਿੱਚ ਹਾਂ ਮਿਲਾ ਦੇਣੀ ਵੀ ਭਾਈ ਚੱਲ ਮੇਰਾ ਮਿੱਤਰ ਹੈ। ਅਕਸਰ ਇਦਾਂ ਹੀ ਹੁੰਦਾ, ਕਿਤੇ 2 ਮਨੁੱਖ ਆਪਸ ਵਿੱਚ ਮਿੱਤਰ ਬਣ ਜਾਣ ਤੇ ਦੂਜੇ ਮਿੱਤਰ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ। ਉਹਨੇ ਵੀ ਮਿਲਾਉਣੀ ਸ਼ੁਰੂ ਕਰਤੀ। ਕਾਂ ਨੇ ਵੀ ਕਿਤੇ ਕਿਤੇ ਜਾ ਕੇ ਕਹਿਣਾ ਵੀ ਤੂੰ ਭਾਈ ਠੀਕ ਹੈ, ਉਹਨੇ ਉਹਦੀ ਹਾਂ ਵਿੱਚ ਹਾਂ ਮਿਲਾਉਣੀ। ਉਹ ਹੰਸ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਤੈਨੂੰ ਆਪਣੇ ਘਰੇ ਭੋਜਨ ਤੇ ਸੱਦਾਂ, ਵੀ ਤੂੰ ਮੇਰੇ ਘਰ ਭੋਜਨ ਤੇ ਆ। ਉਹ ਕਹਿੰਦਾ ਠੀਕ ਹੈ ਭਾਈ, ਤੂੰ ਮੇਰਾ ਮਿੱਤਰ ਹੈ, ਮੈਂ ਤੇਰੇ ਘਰੇ ਭੋਜਨ ਤੇ ਆ ਜਾਂਦਾ। ਉਹ ਕਾਂ ਭੋਜਨ ਤੇ ਆ ਗਿਆ। ਹੁਣ ਜਦੋਂ ਹੰਸ ਲੈ ਕੇ ਗਿਆ ਉਹਨੂੰ ਲੈ ਗਿਆ ਮਾਨ ਸਰੋਵਰ ਦੇ ਕੰਢੇ ਤੇ, ਵੀ ਇਹ ਮੇਰਾ ਘਰ ਹੈ ਭਾਈ। ਹੁਣ ਜਿਹੜਾ ਕੁਛ ਉਹਨੇ ਛਕਣਾ ਸੀ, ਜੋ ਘਰ ਵਿੱਚ ਬਣਦਾ ਉਹਨੇ ਉਹ ਰੱਖਤਾ ਪਰੋਸ ਕੇ। ਉਹਨੇ ਆਪ ਵੀ ਹੀਰੇ ਮੋਤੀ ਆਪਣੇ ਅੱਗੇ ਰੱਖ ਲਏ, ਕਾਂ ਦੇ ਅੱਗੇ ਵੀ ਰੱਖਤੇ। ਉਹ ਕਾਂ ਵਿਚਾਰਾ ਬੈਠਾ ਪਲੇਟ ਵੱਲ ਵੇਖੀ ਜਾਂਦਾ। ਸਿਰਫ ਸਮਝਣ ਵਾਸਤੇ ਮੈਂ ਪਲੇਟ ਲਫ਼ਜ਼ ਵਰਤ ਰਿਹਾ, ਮਤਲਬ ਕਾਂ ਹੀਰੇ ਮੋਤੀਆਂ ਵੱਲ ਵੇਖਦਾ, ਫਿਰ ਆਸੇ ਪਾਸੇ ਵੇਖਦਾ ਵੀ ਇੱਥੇ ਡੱਡੂ ਮੱਛੀ ਨਹੀਂ ਦੀਂਦੀ ਕੋਈ। ਉਹਨੇ ਨਾ ਕਾਂ ਬੈਠਾ ਰਿਹਾ,
ਤੇ ਹੰਸ ਜਿਹੜਾ ਉਹਨੇ ਫਟਾਫਟ ਆਪਣਾ ਭੋਜਨ ਖਤਮ ਕੀਤਾ ਤੇ ਕਾਂ ਨੂੰ ਕਹਿੰਦਾ ਵੀ ਸੱਜਣਾ ਲੱਗਦਾ ਵੀ ਤੈਨੂੰ ਭੋਜਨ ਪਸੰਦ ਨਹੀਂ ਆਇਆ। ਉਹ ਕਹਿੰਦਾ ਵੀ ਨਹੀਂ ਭਾਈ, ਬਸ ਮੈਨੂੰ ਭੁੱਖ ਹੀ ਹੈ ਨਹੀਂ, ਮੈਂ ਛਕਣਾ ਨਹੀਂ। ਉਹ ਹੰਸ ਕਹਿੰਦਾ ਵੀ ਭਾਈ ਤੇਰੀ ਮਰਜ਼ੀ। ਉਹ ਹੁਣ ਉਹਨੇ ਮਾਣ ਵੀ ਤੇ ਰੱਖਣਾ ਸੀ ਨਾ, ਉਹਨੇ ਕਹਿੰਦਾ ਵੀ ਤੂੰ ਮੇਰਾ ਮਿੱਤਰ ਹੈ, ਜੇ ਮੈਂ ਕਹਤਾ ਵੀ ਮੈਨੂੰ ਭੋਜਨ ਪਸੰਦ ਨਹੀਂ ਆਇਆ, ਨੇ ਨਾਰਾਜ਼ ਹੋ ਜਾਣਾ। ਹੋਇਆ ਕਿ ਕਾਂ ਉਹਦੇ ਤੋਂ ਇਜਾਜ਼ਤ ਲੈ ਕੇ ਚਲਾ ਗਿਆ, ਭੁੱਖਾ ਹੀ ਮੁੜ ਗਿਆ। ਉਹ ਕਹਿੰਦਾ ਮੈਨੂੰ ਭੁੱਖ ਹੀ ਆ ਨਹੀਂ, ਮੈਂ ਖਾਣਾ ਹੀ ਨਹੀਂ। ਅਗਲੇ ਦਿਨ ਫੇਰ ਮੇਲ ਹੋਇਆ, ਕਹਿੰਦਾ ਵੀ ਤੂੰ ਮੈਨੂੰ ਆਪਣੇ ਘਰੇ ਭੋਜਨ ਤੇ ਸੱਦਿਆ ਸੀ, ਮੈਂ ਤੈਨੂੰ ਆਪਣੇ ਘਰੇ ਸੱਦਦਾ ਵੀ ਤੂੰ ਮੇਰੇ ਘਰ ਆਈ। ਕਹਿੰਦਾ ਠੀਕ ਹੈ ਭਾਈ, ਤੂੰ ਮੇਰਾ ਮਿੱਤਰ ਹੈ। ਉਹਦੇ ਅਗਲੇ ਦਿਨ ਉਹਦੇ ਘਰੇ ਚਲਾ ਗਿਆ। ਉਹ ਆਪਣੇ ਛੱਪੜ ਦੇ ਕਿਨਾਰੇ ਤੇ ਲੈ ਗਿਆ ਵੀ ਇੱਥੇ ਮੈਂ ਰਹਿਣਾ। ਉਹ ਹੰਸ ਹੁਣ ਛੱਪੜ ਕਿਨਾਰੇ ਕੀ ਕਰੇ। ਉਹ ਕਾਂ ਨੇ ਆਪਣਾ ਭੋਜਨ ਪਰੋਸ ਕੇ ਆਪਣੇ ਅੱਗੇ ਰੱਖ ਲਿਆ, ਨਾਲੇ ਹੰਸ ਅੱਗੇ ਰੱਖਤਾ। ਉਹ ਹੰਸ ਬੈਠਾ ਰਿਹਾ। ਹੁਣ ਕਿਤੇ ਮਾੜੀ ਮੋਟੀ ਉਹਨੇ ਚੁੰਝ ਲਾਈ ਹੋਣੀ ਵੀ ਕਿਤੇ ਇਹ ਨਾ ਨਾਰਾਜ਼ ਹੋ ਜੇ, ਪਰ ਬਿਨਾਂ ਖਾਧੇ ਉਹਨੇ ਕਾਂ ਨੇ ਉਹਨੂੰ ਪੁੱਛਿਆ ਵੀ ਲੱਗਦਾ ਤੈਨੂੰ ਭੋਜਨ ਪਸੰਦ ਨਹੀਂ ਆਇਆ। ਕਹਿੰਦਾ ਵੀ ਨਹੀਂ, ਬਸ ਮੈਨੂੰ ਜਿੰਨਾ ਕੁ ਲੋੜ ਸੀ ਮੈਂ ਓਨਾ ਕੁ ਛਕ ਲਿਆ। ਕਹਿੰਦਾ ਵੀ ਚੱਲ ਆ, ਮੈਂ ਤੈਨੂੰ ਆਪਣਾ ਘਰ ਵਿਖਾ ਕੇ ਲਿਆਉਣਾ, ਸਾਰਾ ਘਰ। ਉਹ ਨਾ ਆਪਣੇ ਉੱਡਦਾ ਉੱਡਦਾ ਇੱਕ ਰੁੱਖ ਤੇ ਜਾ ਕੇ ਬਹਿ ਗਿਆ। ਹੁਣ ਕਾਂ ਸੀ ਸ਼ਰਾਰਤੀ, ਕਾਂ ਵਰਗਾ ਸ਼ਰਾਰਤੀ ਪੰਛੀ ਕੋਈ ਨਹੀਂ ਹੈ। ਜਦੋਂ ਵਿਦਿਆਰਥੀ ਦੇ ਗੁਣਾਂ ਦੀ ਗੱਲ ਕੀਤੀ ਨਾ, ਇੱਕ ਲੇਖਕ ਨੇ ਬੜਾ ਸੋਹਣਾ ਜ਼ਿਕਰ ਕੀਤਾ। ਉਹ ਕਹਿੰਦਾ ਜੇ ਵਿਦਿਆਰਥੀ ਬਣਨਾ ਹੈ ਨਾ, ਉਹਨੇ 5 ਗੁਣ ਦੱਸੇ। 5 ਗੁਣਾਂ ਦੇ ਵਿੱਚੋਂ ਉਹ ਇੱਕ ਗੁਣ ਦੱਸਦਾ ਵੀ ਜੇ ਚੇਸ਼ਟਾ ਰੱਖਣੀ ਹੈ ਨਾ, ਚੁਸਤੀ ਰੱਖਣੀ ਹੈ, ਤੇ ਕਾਂ ਵਰਗੀ ਰੱਖਣੀ। ਕਾਂ ਚੁਸਤ ਬਹੁਤ ਹੈ। ਵੇਖੋ ਕਦੇ ਵੀ ਇਹਨੂੰ ਅਜ਼ਮਾ ਕੇ, ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਵੀ ਕਾਂ ਨੂੰ ਮਾਰਨਾ, ਉਹ ਸਾਡੇ ਕਦਮ ਦਾ ਖੜਾਕ ਸੁਣ ਕੇ ਹੀ ਉੱਡ ਜਾਂਦਾ। ਜਿੰਨਾ ਮਰਜ਼ੀ, ਸਿਰਫ ਅਸੀਂ ਇੱਕ ਕਦਮ ਵਧੇ ਹਾਂ ਉਹਨੇ ਉੱਡ ਜਾਣਾ। ਉਹਦੀ ਚੇਸ਼ਟਾ ਬਹੁਤ ਹੈ, ਚੁਸਤ ਬਹੁਤ ਹੈ। ਜਦੋਂ ਵਿਦਿਆਰਥੀ ਦੇ ਗੁਣ ਦੱਸੇ, ਕਾਗ ਦੀ ਚੇਸ਼ਟਾ ਮਤਲਬ ਚੁਸਤੀ ਕਾਂ ਵਰਗੀ, ਤੇ ਨੀਂਦ ਕੂਕਰ ਵਰਗੀ, ਕੁੱਤੇ ਵਰਗੀ। ਕੁੱਤੇ ਵਰਗੀ ਨੀਂਦ ਕਿਤੇ ਵਿਦਿਆਰਥੀ ਲੈਣ ਲੱਗ ਜਾਏ ਨਾ, ਮਤਲਬ ਸਿੱਖਣ ਦੀ ਜਦੋਂ ਚਾਹ ਹੋਵੇ, ਇੱਛਾ ਹੋਵੇ। ਇਹ ਨਹੀਂ ਵੀ ਮੈਂ ਸਿੱਖਣ ਆਇਆ ਤੇ ਸਾਰਾ ਦਿਨ ਲੰਮੀਆਂ ਤਾਣ ਕੇ ਸੁਤਾਰਾਂ ਜਾਂ ਵੀ ਅਵੇਸਲਾ ਹੋ ਕੇ ਬੈਠਾ ਰਵਾਂ। ਕਾਗ ਚੇਸ਼ਟਾ ਤੇ ਨੀਂਦ ਕੂਕਰ ਵਰਗੀ। ਉਹ ਭਾਵੇਂ ਜਿੰਨਾ ਮਰਜ਼ੀ ਗੂੜੀ ਨੀਂਦ ਸੁੱਤਾ ਹੋਵੇ, ਮਾੜਾ ਜਿਹਾ ਖੜਾਕ ਹੋਇਆ ਉਸੇ ਵੇਲੇ, ਪਲ 2 ਪਲ ਦੀ ਨੀਂਦ ਮਿਲ ਗਈ, ਇੰਨੇ 'ਚ ਹੀ ਸੰਤੁਸ਼ਟ ਹੈ। ਖੈਰ, ਉਹ ਕਾਂ ਨਾ ਉਹਨੂੰ ਲੈ ਕੇ ਆਪਣੇ ਨਾਲ ਚਲਾ ਗਿਆ ਇੱਕ ਸੋਹਣੇ ਬਾਗ ਵਿੱਚ। ਕਹਿੰਦਾ ਵੀ ਆ ਮੈਂ ਤੈਨੂੰ ਘੁਮਾ ਕੇ ਲਿਆਉਣਾ। ਉਹ ਹੰਸ ਤੇ ਕਾਂ ਦੋਵੇਂ ਜਣੇ ਜਾ ਕੇ ਇੱਕ ਰੁੱਖ ਤੇ ਬਹਿ ਗਏ। ਕਾਂ ਉੱਥੇ ਬੈਠਾ, ਉਹਨੇ ਉੱਪਰ ਬੈਠੇ ਨੇ ਨਾ ਰੁੱਖ ਦੇ ਤੇ ਬਿਸਟਾ ਦਾ ਜਦੋਂ ਤਿਆਗ, ਮੱਲ ਤਿਆਗ ਕੀਤਾ, ਤੇ ਹੇਠਾਂ ਨਾ ਬਗੀਚੇ ਦਾ ਮਾਲਕ ਖੜਾ, ਉਹਦੇ ਹੱਥ 'ਚ ਬੰਦੂਕ। ਕਾਂ ਕਰਕੇ ਤੇ ਗਿਆ ਉੱਡ। ਜਦੋਂ ਉਹਨੇ ਉੱਪਰ ਝਾਤ ਮਾਰੀ, ਹੰਸ ਬੈਠਾ, ਉਹਨੇ ਬੰਦੂਕ ਚਲਾਤੀ, ਉਹ ਵੱਜੀ ਹੰਸ ਦੇ, ਮਾਰਿਆ ਗਿਆ। ਮਤਲਬ ਇਹ ਹੈ ਵੀ ਕਈ ਵਾਰ ਭੈੜੀ ਜਿਹੜੀ ਮਿੱਤਰਤਾ, ਇਸੇ ਕਰਕੇ ਨਾ ਜਦੋਂ ਆਪਾਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਬੱਚੇ, ਤੇ ਉਹਨਾਂ ਨੂੰ ਸਿਖਾਉਂਦੇ ਆ ਨਾ, ਇੱਕ ਬਾਤ ਸਿਖਾਈ ਜਾਂਦੀ ਵੀ ਜਿਹੜਾ ਸੈਲਫਿਸ਼ ਮਿੱਤਰ ਹੋਵੇ ਨਾ, ਉਹਦੇ ਤੋਂ ਬਚ ਕੇ ਹੀ ਰਹਿਣਾ ਭਲਾ ਹੈ, ਸਿਖਾਇਆ ਜਾਂਦਾ। ਉਹ ਕਹਾਣੀ ਪੜ੍ਹਾਈ ਜਾਂਦੀ। ਖੈਰ, ਉਹ ਮਾਰਿਆ ਗਿਆ ਸਿਰਫ ਆਪਣੀ ਮਿੱਤਰਤਾ ਦੇ ਕਰਕੇ। ਦੋਸ਼ ਕੋਈ ਨਹੀਂ, ਦੋਸ਼ ਕਾਂ ਦਾ। ਕਾਂ ਦੀ ਕਰਨੀ ਹੋਈ ਭੁਗਤਣੀ ਕਿਹਨੂੰ ਪਈ? ਹੰਸ ਨੂੰ। ਇਸੇ ਲਈ ਸਤਿਗੁਰੂ ਜੀ ਜਦੋਂ ਗੁਰਬਾਣੀ 'ਚ ਸਾਨੂੰ ਪ੍ਰੇਰਨਾ ਦਿੰਦੇ, ਤੇ ਉਹ ਕਹਿੰਦੇ ਵੀ ਆਪਣੀ ਮੱਤ ਦੇ ਅਨੁਸਾਰੀ ਹੀ ਆਪਣੀ ਮਿੱਤਰਤਾ ਬਣਾਈ ਜਾਏ, ਤੇ ਮਿੱਤਰਤਾ ਹਮੇਸ਼ਾ ਚੰਗੇ ਨਾਲ ਬਣਾਈ ਜਾਏ, ਮਾੜੇ ਨਾਲ ਨਹੀਂ। ਤੇ ਸਾਹਿਬ ਕਹਿੰਦੇ ਜੇ ਕਿਤੇ ਜੀਵ ਰੱਬ ਦੀ ਕਿਰਪਾ ਦਾ ਪਾਤਰ ਬਣ ਜਾਏ, ਰੱਬ ਦੀ ਬਖਸ਼ਿਸ਼ ਦੀ ਨਜ਼ਰ ਦਾ ਪਾਤਰ ਬਣ ਜਾਏ, ਫਿਰ ਕੀ ਹੁੰਦਾ ਹੈ? ਕਾਗੋਂ ਹੰਸ ਕਰੇ। ਉਹ ਪਰਮੇਸ਼ਵਰ ਤੇ ਕਾਂ ਵਾਲੀ ਬਿਰਤੀ ਤੋਂ ਵੀ ਹੰਸ ਵਾਲੀ ਬਿਰਤੀ ਬਣਾ ਦਿੰਦਾ ਹੈ। ਇੱਥੇ ਗੱਲ ਬਿਰਤੀਆਂ ਦੀ ਹੈ, ਸਰੀਰਾਂ ਦੀ ਨਹੀਂ ਹੈ। ਸਾਡੀ ਮੱਤ ਦੀ ਹੈ ਵੀ ਜਿਹੜੀ ਮੱਤ ਵਿੱਚ ਕਾਂ ਵਰਗੀ ਭਰੀ ਪਈ ਨਾ ਗੰਦਗੀ, ਜੇ ਰੱਬ ਬਖਸ਼ਿਸ਼ ਕਰਦੇ ਅਸੀਂ ਗੁਰੂ ਉਪਦੇਸ਼ ਕਮਾਈਏ, ਤੇ ਉਹ ਕਾਂ ਬਿਰਤੀ ਵਾਲੀ ਗੰਦਗੀ ਹੰਸ ਵਾਲੀ ਬਿਰਤੀ ਵਿੱਚ
ਬਦਲ ਜਾਂਦੀ ਹੈ, ਸੋਹਣੇ ਜੀਵਨ ਵਾਲਾ ਇਖਲਾਕ ਵਾਲਾ ਜੀਵ ਬਣ ਜਾਂਦਾ ਹੈ। ਪੌੜੀ ਕੀਤਾ ਲੋੜੀਐ ਕੰਮ, ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਇਹਦੇ ਵਿੱਚ ਸਤਿਗੁਰੂ ਜੀ ਨੇ ਪੌੜੀ ਵਿੱਚ ਜੋ ਸਮਝਾਇਆ ਉਹ ਸਾਨੂੰ ਉਪਦੇਸ਼ ਦਿੰਦੇ ਆ ਵੀ ਸਾਡਾ ਹਰ ਕਰਮ ਅਰਜੋਈ ਤੋਂ ਸ਼ੁਰੂ ਹੈ। ਕੀਤਾ ਲੋੜੀਐ ਕੰਮ, ਜੇ ਅਸੀਂ ਕੋਈ ਵੀ ਕੰਮ ਕਰਨਾ ਲੋੜਦੇ ਹਾਂ ਤੇ ਕੀ ਕਰਨਾ, ਸੋ ਹਰਿ ਪੈ ਆਖੀ ਹੈ, ਮਤਲਬ ਰੱਬ ਅੱਗੇ ਅਰਜ਼ੋਈ, ਅਸੀਂ ਰੱਬ ਅੱਗੇ ਅਰਦਾਸ ਕਰਨੀ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਫਿਰ ਕੀ ਹੁੰਦਾ ਹੈ ਕਿ ਗੁਰੂ ਕੀ ਸਿੱਖਿਆ ਦੇ ਰਾਹੀਂ, ਗੁਰੂ ਕੀ ਸਿੱਖਿਆ ਦੁਆਰਾ ਗੁਰੂ ਉਪਦੇਸ਼ ਦੇ ਕੇ ਉਸ ਕਾਰਜ ਨੂੰ ਆਪ ਸਵਾਰ ਦਿੰਦਾ ਹੈ। ਸੰਤਾ ਸੰਗ ਨਿਦਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਫਿਰ ਸੰਤਾਂ ਸੰਗ ਨਿਧਾਨ, ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕੇ, ਨਿਧਾਨ ਮਤਲਬ ਖਜ਼ਾਨਾ, ਅੰਮ੍ਰਿਤ, ਅੰਮ੍ਰਿਤ ਦੇ ਖਜ਼ਾਨੇ ਨੂੰ ਕਹਿੰਦੇ ਫਿਰ ਚੱਖਿਆ ਜਾਏ, ਮਤਲਬ ਚੱਖੀਦਾ ਹੈ। ਭੈ ਭੰਜਨ ਮਿਹਰਵਾਨ, ਹੇ ਮਿਹਰਵਾਨ ਦਇਆਲੂ ਦਾਤਾ ਜੀਓ, ਡਰ ਨੂੰ ਖਤਮ ਕਰਨ ਵਾਲੇ ਪਰਮੇਸ਼ਵਰ ਜੀਓ, ਦਾਸ ਕੀ ਰਾਖੀ ਹੈ, ਤੁਸੀਂ ਆਪਣੇ ਸੇਵਕਾਂ ਦੀ ਪੱਤ ਰੱਖਦੇ ਹੋ, ਆਪਣੇ ਸੇਵਕਾਂ ਦੀ ਲਾਜ ਰੱਖਦੇ ਹੋ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਹੇ ਨਾਨਕ ਜੀਓ, ਹਰੀ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ, ਹਰੀ ਪਰਮੇਸ਼ਵਰ ਜੀ ਦੇ ਗੁਣਾਂ ਨੂੰ ਉਹਨੂੰ ਵਡਿਆਉਂਦਿਆਂ ਹੋਇਆਂ ਕੀ ਹੁੰਦਾ ਹੈ, ਅਲਖ, ਜਿਹੜਾ ਪਰਮਾਤਮਾ ਅਲਖ ਹੈ, ਪ੍ਰਭ ਲਾਖੀ ਹੈ, ਉਸ ਪਰਮੇਸ਼ਵਰ ਦੇ ਬਾਰੇ ਵਿੱਚ ਸਮਝ ਆ ਜਾਂਦੀ ਹੈ ਜੇ ਕਿਤੇ ਜੀਵ ਗੁਰੂ ਕੀ ਸਿੱਖਿਆ ਅਨੁਸਾਰੀ ਚੱਲ ਪਏ, ਗੁਰੂ ਉਪਦੇਸ਼ ਅਨੁਸਾਰੀ ਚੱਲ ਪਏ। ਉਹ ਅਲਖ ਪਰਮਾਤਮਾ ਜਿਹਨੂੰ ਕਦੇ ਲਖਿਆ ਨਹੀਂ ਜਾ ਸਕਦਾ, ਉਸ ਪਰਮੇਸ਼ਵਰ ਦੇ ਬਾਰੇ ਵਿੱਚ ਸਮਝ ਆ ਜਾਂਦੀ ਹੈ ਤੇ ਜੀਵ ਜਾਣ ਲੈਂਦਾ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਸਾਡੀ ਪਹੁੰਚ ਤੋਂ ਕੋਹਾਂ ਦੂਰੀ ਤੇ ਹੈ। ਅਸੀਂ ਸਿਰਫ ਉਹਦੇ ਗੁਣਾਂ ਨੂੰ ਗਾਉਂਦਿਆਂ ਹੋਇਆਂ ਉਹਦੇ ਗੁਣਾਂ ਵਿੱਚ ਸਮਾ ਸਕਦੇ ਹਾਂ। ਇਸ ਤਰੀਕੇ ਸਤਿਗੁਰੂ ਜੀ ਅੱਜ ਉਪਦੇਸ਼ ਦਿੰਦਿਆਂ ਸਾਨੂੰ ਆਪਣੀਆਂ ਭੈੜੀਆਂ ਬੁੱਧੀਆਂ ਦਾ ਨਾਸ਼ ਕਰਦਿਆਂ ਚੰਗੀ ਮੱਤ ਅਪਣਾਉਣ ਵਾਸਤੇ, ਚੰਗੀ ਬੁੱਧੀ ਅਪਣਾਉਣ ਵਾਸਤੇ ਉਪਦੇਸ਼ ਦੇ ਰਹੇ। ਸਾਨੂੰ ਭੁੱਲਿਆਂ ਨੂੰ ਸਿੱਧੇ ਮਾਰਗ ਉੱਤੇ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਅੱਜ ਸਿੱਖਿਆ ਤੇ ਉਪਦੇਸ਼ ਦੇ ਰਹੇ। ਅਸੀਂ ਮਾਲਕ ਅੱਗੇ ਨਿਤਾ ਪ੍ਰਤੀ ਅਰਜ਼ੋਈ ਇਹੋ ਕਰਨੀ ਹੈ ਕਿ ਸਾਹਿਬ ਜੀਓ ਕਿਰਪਾ ਕਰੋ, ਸਾਡੀ ਮੱਤ ਉੱਤੇ ਆਪ ਜੀ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖੋ, ਕਿਤੇ ਸਾਡੀਆਂ ਵੀ ਕਾਮਾਂ ਵਾਲੀਆਂ ਬਿਰਤੀਆਂ ਆਪ ਜੀ ਦੀ ਬਖਸ਼ਿਸ਼ ਦੀ ਨਜ਼ਰ ਨਾਲ ਹੰਸ ਵਾਲੀ ਬਿਰਤੀ ਬਣ ਜਾਏ, ਕਿਤੇ ਸਾਡੇ ਜੀਵਨ ਵੀ ਇਖਲਾਕ ਵੀ ਉੱਚੇ ਤੇ ਸੁੱਚੇ ਬਣ ਜਾਣ, ਤਾਂ ਜੋ ਉਹਨਾਂ ਇਖਲਾਕ ਦੇ ਪਾਤਰ ਬਣ ਕੇ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ।
ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਭੈ ਭੰਜਨ ਮਿਹਰਵਾਨ, ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।